ਸਰਕਾਰ ਦਾ ਕੁਝ ਪੱਤਰਕਾਰ ਭਾਈਚਾਰੇ ਉੱਤੇ ਕੀ ਰਵੱਈਆ ਰਿਹਾ? ਨਹੀਂ, ਇਸ ਗੱਲ ਤੋਂ ਸਾਨੂੰ ਬੜੀ ਜ਼ਿਆਦਾ ਨਿਰਾਸ਼ਾ ਹੋਈ ਹੈ ਕਿ ਪੰਜਾਬ ਸਰਕਾਰ ਨੇ ਬਾਕੀ ਡਾਕਟਰਸ ਲਈ ਜਾਂ ਹੋਰ ਉਹਨਾਂ ਲਈ, ਪੁਲਿਸ ਮੁਲਾਜ਼ਮਾਂ ਲਈ ਜਾਂ ਹੋਰ ਮੁਲਾਜ਼ਮਾਂ ਲਈ ਜੋ ਕੋਵਿਡ ਦਾ ਸ਼ਿਕਾਰ ਹੋਏ, ਉਹਨਾਂ ਨੇ ਅਨਾਊਂਸ ਕੀਤੀਆਂ ਨੇ, ਲੇਕਿਨ ਪੱਤਰਕਾਰ ਭਾਈਚਾਰੇ ਲਈ ਅਜਿਹੀ ਕੋਈ ਪੰਜਾਬ ਸਰਕਾਰ ਨੇ ਯੋਜਨਾ ਅਮਲ ਵਿੱਚ ਨਹੀਂ ਲਿਆਂਦੀ। ਇਸ ਮੰਗ ਦਾ ਵੀ ਜ਼ਿਕਰ ਕੀਤਾ ਸੀ ਕਿ ਸਾਡੇ ਜਿਹੜੇ ਪੱਤਰਕਾਰ ਦੇ 50 ਲੱਖ ਦਾ ਜਿਹੜਾ ਬੀਮਾ ਹੈ, 50 ਲੱਖ ਦੀ ਰਾਸ਼ੀ ਹੈ ਜਿਹੜੀ ਉਹਨੂੰ ਦਿੱਤੀ ਜਾਵੇ, ਜੋ ਕਿ ਇਸ ਤਰ੍ਹਾਂ ਦਾ ਇਫੈਕਟ ਹੈ। ਮੈਂ ਸਮਝਦਾ ਕਿ ਇਹ ਬਹੁਤ ਵੱਡਾ ਸੰਕਟ ਹੈ ਪੱਤਰਕਾਰੀ ਦੇ ਇਸ ਟਾਈਮ। ਮੈਂ ਪਿਛਲੇ 20-25 ਸਾਲ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਵਿਚਰ ਰਿਹਾ। ਮੈਂ ਐਡਾ ਵੱਡਾ ਸੰਕਟ ਪੱਤਰਕਾਰੀ ਦੇ ਆਪਣੀ ਜੋ ਲਾਈਫ ਦੇ ਵਿੱਚ ਹੈ ਉਹ ਨਹੀਂ ਦੇਖਿਆ, ਕਿਉਂਕਿ ਲੋਕਡਾਊਨ ਤੋਂ ਬਾਅਦ ਵੱਡੇ ਪੱਧਰ 'ਤੇ ਜਿੱਥੇ ਪੱਤਰਕਾਰ ਦੇ ਵੱਖ-ਵੱਖ ਮੀਡੀਆ ਅਦਾਰਿਆਂ ਨੇ, ਮੀਡੀਆ ਹਾਊਸਿਸ ਨੇ ਪੱਤਰਕਾਰਾਂ ਦੀ ਰਿਟਰੈਂਚਮੈਂਟ ਕੀਤੀ ਹੈ, ਉਹਨਾਂ ਦੀ ਛਾਂਟੀ ਕੀਤੀ ਹੈ। ਉਸ ਤੋਂ ਇਲਾਵਾ ਕਈ ਜਿਹੜੇ ਅਖਬਾਰ ਨੇ ਉਹਨਾਂ ਨੇ ਸੈਲਰੀ ਕੱਟ ਲਗਾਏ ਨੇ। ਸਰਕਾਰ ਨੂੰ ਚਾਹੀਦਾ ਸੀ ਕਿ ਕੋਈ ਨਾ ਕੋਈ ਪੈਕੇਜ ਜ਼ਰੂਰ ਅਨਾਊਂਸ ਕਰਨਾ ਚਾਹੀਦਾ ਸੀ। ਮੀਡੀਆ ਦੇ ਜਿਹੜੇ ਹਾਊਸਿਸ ਹੈਗੇ ਨੇ ਉਹ ਇੰਡਸਟਰੀਸਟ ਦੇ ਕੰਟਰੋਲ ਵਿੱਚ ਹੈਗੇ ਨੇ, ਉਹ ਆਪਣੇ ਇੰਟਰਸਟ ਪਹਿਲਾਂ ਦੇਖਦੇ ਨੇ, ਇਸ ਕਰਕੇ ਇਹ ਸਮੱਸਿਆਵਾਂ ਸਾਹਮਣੇ ਮਤਲਬ ਆ ਰਹੀਆਂ ਨੇ। ਮੈਂ ਓਕੇ ਜੀ, ਸਾਰੇ ਪਿਆ ਪ੍ਰੈਸ਼ਰ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638। ਆਪਣਾ ਫਰੈਂਡਸ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਫ਼ ਤੇ ਸਿੱਧੀ ਗੱਲ, ਤੇ ਅੱਜ ਮੇਰਾ ਸਾਥ ਦੇ ਰਹੇ ਨੇ ਪੰਜਾਬ ਤੋਂ ਬਹਾਦਰਜੀਤ ਸਿੰਘ ਜੀ, ਜੋ ਕਿ ਉੱਥੇ ਇੰਡੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਡਿਸਟ੍ਰਿਕਟ ਪ੍ਰੈਸ ਕਲੱਬਸ ਐਸੋਸੀਏਸ਼ਨ ਰੂਪਨਗਰ ਦੇ ਪ੍ਰੈਜ਼ੀਡੈਂਟ ਨੇ, ਤੇ ਇਹ ਜ਼ਿਲ੍ਹੇ ਦਾ ਇੱਕ ਪ੍ਰੈਸ ਕਲੱਬ ਹੈਗਾ। ਤੇ ਮਗਰ ਇਸ ਤੋਂ ਪਹਿਲੇ ਇਹਨਾਂ ਨੇ ਰੂਪਨਗਰ ਪ੍ਰੈਸ ਕਲੱਬ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਤਕਰੀਬਨ 12 ਸਾਲ ਲਗਾਤਾਰ। ਇਹ ਇੱਕ ਬੜਾ ਵੱਡਾ ਟਾਈਮ ਹੁੰਦਾ ਵੀ ਲਗਾਤਾਰ 12 ਸਾਲ ਕਿਸੇ ਦਾ ਪ੍ਰੈਜ਼ੀਡੈਂਟ ਬਣ ਕੇ ਰਹਿਣਾ, ਤੇ ਇਹ ਆਪਣੇ ਆਪ 'ਚ ਇੱਕ ਚੀਜ਼ ਸਾਬਤ ਹੁੰਦੀ ਹੈ ਕਿ ਕੋਈ ਬੜਾ ਅੱਛੀਆਂ ਸੇਵਾ ਨਿਭਾਈਆਂ ਹੋਣਗੀਆਂ ਉਸ ਦੀਆਂ, ਜਿਸ ਦੀ ਵਜ੍ਹਾ ਬਹੁਤ ਸੰਮਤੀ ਦੇ ਨਾਲ ਇਹ ਲਗਾਤਾਰ ਬਣੇ ਹੋਏ ਨੇ। ਤੇ ਅੱਜ ਇਹ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਹੈਗੇ ਨੇ, ਜਿਹੜਾ ਕਿ ਡਿਸਟ੍ਰਿਕਟ ਪ੍ਰੈਸ ਕਲੱਬਸ ਐਸੋਸੀਏਸ਼ਨ ਰੂਪਨਗਰ ਦੇ। ਤੇ ਬਹਾਦਰਜੀਤ ਸਿੰਘ ਜੀ, ਤੁਹਾਡਾ ਸਾਫ਼ ਤੇ ਸਿੱਧੀ ਗੱਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਹਾਦਰਜੀਤ ਸਿੰਘ ਜੀ, ਇਹ ਜਿਹੜਾ ਤੁਸੀਂ ਲਗਾਤਾਰ ਪਹਿਲੇ ਉਹਦੇ 12 ਸਾਲ ਪ੍ਰੈਜ਼ੀਡੈਂਟ ਰਹੇ, ਤੇ ਹੁਣ ਤੁਸੀਂ ਜਿਹੜਾ ਹੈਗਾ ਤੁਹਾਡਾ ਨਵਾਂ ਡਿਸਟ੍ਰਿਕਟ ਪ੍ਰੈਸ ਕਲੱਬ ਹੈਗਾ ਐਸੋਸੀਏਸ਼ਨ, ਉਹਦੇ ਪ੍ਰੈਜ਼ੀਡੈਂਟ ਹੋ, ਇਹ ਸੇਵਾ ਕਿਸ ਤਰ੍ਹਾਂ ਦੀ ਤੇ ਕੀ ਕੀ ਚੀਜ਼ਾਂ ਇਹਦੇ ਵਿੱਚ ਹੈਗੀਆਂ ਜਿਹੜੀਆਂ ਤੁਸੀਂ ਨਿਭਾ ਰਹੇ ਹੋ? ਦੇਖੋ, ਜਿਹੜਾ ਰੂਪਨਗਰ ਜ਼ਿਲ੍ਹਾ ਹੈ, ਹਾਂਜੀ, ਉਹ ਪੰਜਾਬ ਦਾ ਇੱਕ ਬੈਕਵਰਡ ਡਿਸਟ੍ਰਿਕਟ ਹੈ। ਤੇ ਸਾਡੀ ਇਹ ਕੋਸ਼ਿਸ਼ ਸੀ, ਜਦੋਂ ਤੋਂ ਮੈਂ 2005 ਦੇ ਵਿੱਚ ਰੂਪਨਗਰ ਪ੍ਰੈਸ ਕਲੱਬ ਦਾ ਪ੍ਰੈਜ਼ੀਡੈਂਟ ਬਣਿਆ ਸੀ, ਤਾਂ ਉਦੋਂ ਤੋਂ ਇਹ ਕੋਸ਼ਿਸ਼ ਸੀ ਵੀ ਸਾਰੇ ਜੋ ਪ੍ਰੈਸ ਦੇ ਨੁਮਾਇੰਦੇ ਨੇ, ਪੱਤਰਕਾਰ ਨੇ, ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਪੱਤਰਕਾਰ ਨੇ, ਅਸੀਂ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ। ਉਹਦਾ ਅਸੀਂ ਇੱਕ ਐਫਰਟ ਕੀਤਾ, ਤੇ 2005 ਦੇ ਵਿੱਚ ਅਸੀਂ ਜਿਹੜਾ ਰੂਪਨਗਰ ਪ੍ਰੈਸ ਕਲੱਬ ਹੋਣ ਦੇ ਵਿੱਚ ਲਿਆਂਦਾ, ਤੇ ਉਹਦੇ ਵਿੱਚ ਉਹਦਾ ਪਹਿਲਾ ਨਾਂ ਅਸੀਂ ਰੋਪੜ ਪ੍ਰੈਸ ਕਲੱਬ ਰੱਖਿਆ ਸੀ। ਪਰੰਤੂ ਕਿਉਂਕਿ ਜਿਹੜਾ ਸਾਡਾ ਜ਼ਿਲ੍ਹਾ ਜਿਹੜਾ ਰੋਪੜ ਸ਼ਹਿਰ ਹੈ, ਉਹ ਬੇਸਿਕਲੀ ਜਿਹੜਾ ਉਹਦਾ ਓਫੀਸ਼ੀਅਲ ਨੇਮ ਹੈ ਉਹ ਰੂਪਨਗਰ ਹੈ, ਇਸ ਕਰਕੇ ਉਹਦਾ ਨਾਂ ਅਸੀਂ ਚੇਂਜ ਕਰਕੇ ਰੂਪਨਗਰ, ਬਾਅਦ ਚੋਂ ਰੂਪਨਗਰ ਪ੍ਰੈਸ ਕਲੱਬ ਕਰ ਦਿੱਤਾ ਸੀ। ਸੋ ਰੂਪਨਗਰ ਪ੍ਰੈਸ ਕਲੱਬ ਦਾ ਜਿਹੜਾ ਮੇਨ ਪਰਪਸ ਸਾਡਾ ਸੀ, ਓਬਜੈਕਟਿਵ ਸੀ, ਉਹ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ, ਤੇ ਜਿਹੜੇ ਪ੍ਰੈਸ ਕਲੱਬ ਦੀਆਂ ਤੇ ਪ੍ਰੈਸ ਦੇ ਨਾਲ ਰਿਲੇਟਡ ਗਤੀਵਿਧੀਆਂ, ਸੈਮੀਨਾਰਸ ਵਗੈਰਾ ਜਾਂ ਹੋਰ ਪ੍ਰੈਸ ਮੀਟਸ ਵਗੈਰਾ ਆਰਗੇਨਾਈਜ਼ ਕਰਨਾ, ਉਹ ਅਸੀਂ ਉਸ ਦਾ ਮੇਨ ਮੋਟਿਵ, ਮੇਨ ਓਬਜੈਕਟਿਵ ਨੂੰ ਲੈ ਕੇ ਉਹ ਅਸੀਂ ਪ੍ਰੈਸ ਕਲੱਬ ਸ਼ੁਰੂ ਕੀਤਾ ਸੀ। ਔਰ ਉਸ ਤੋਂ ਬਾਅਦ ਸਾਡੀ ਇਹ ਬੜੀ ਦਿਲੀ ਤਮੰਨਾ ਸੀ ਕਿ ਸਾਡੀ ਆਪਣੀ ਬਿਲਡਿੰਗ ਹੋਵੇ ਪ੍ਰੈਸ ਕਲੱਬ ਦੀ, ਔਰ ਪ੍ਰੈਸ ਕਲੱਬ ਦੀ ਅਸੀਂ ਬਿਲਡਿੰਗ ਦੇ ਲਈ ਬਹੁਤ ਹੀ ਐਫਰਟ ਕੀਤੇ, ਔਰ ਇਹ 2008 ਦੇ ਵਿੱਚ ਸਾਨੂੰ ਇਸ ਦੀ ਸਫਲਤਾ ਮਿਲੀ, ਜਦੋਂ ਉਸ ਟਾਈਮ ਦੇ ਸਾਡੇ ਡਿਪਟੀ ਕਮਿਸ਼ਨਰ AK ਸਿਨਹਾ ਸਨ,
ਤੇ ਉਹਨਾਂ ਦੇ ਸਾਡੇ ਉਹਨਾਂ ਦੀ ਮੈਂ ਸਮਝਦਾ ਸਾਡੀ ਬੜੀ ਮਿਹਰਬਾਨੀ ਹੈ, ਜਿਨ੍ਹਾਂ ਨੇ ਪ੍ਰੈਸ ਕਲੱਬ ਦੇ ਵਿੱਚ ਇੱਕ ਛੋਟੇ ਜਿਹੇ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਲੱਬ ਦੀ ਇੱਕ ਇਮਾਰਤ ਲਈ ਸਾਨੂੰ ਥਾਂ ਮੁਹੱਈਆ ਕਰਾਈ। ਔਰ 2008 ਦੇ ਵਿੱਚ ਉਸ ਸਮੇਂ ਦੇ ਜੋ ਮੈਂਬਰ ਪਾਰਲੀਮੈਂਟ ਸਨ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਤੇ ਉਸ ਤੋਂ ਬਾਅਦ ਹੌਲੀ ਹੌਲੀ ਸਾਡੀ ਜੋ ਪ੍ਰੈਸ ਦੀ ਇਹ ਇਮਾਰਤ ਹੈ ਉਹ ਬਣਦੀ ਗਈ। ਤੋ ਅੱਜ ਮੈਂ ਬੜੇ ਫਖਰ ਨਾਲ ਇਹ ਕਹਿ ਸਕਦਾ ਕਿ ਸਾਡੀ ਜੋ ਇਹ ਪ੍ਰੈਸ ਕਲੱਬ ਦੀ ਇਹ ਇਮਾਰਤ ਹੈ, ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਇੱਕ ਬਿਹਤਰੀਨ ਪ੍ਰੈਸ ਕਲੱਬਾਂ ਦੀਆਂ ਇਮਾਰਤਾਂ ਵਿੱਚੋਂ ਇੱਕ ਹੋਏਗੀ, ਕਿਉਂਕਿ ਇਹ ਛੋਟੇ ਜਿਹੇ ਜ਼ਿਲ੍ਹੇ ਵਿੱਚੋਂ ਅਜਿਹਾ ਕਿਤੇ ਵੀ ਸ਼ਾਇਦ ਹੀ ਕਿਤੇ ਪੰਜਾਬ ਦੇ ਵਿੱਚ ਅਜਿਹਾ ਪ੍ਰੈਸ ਕਲੱਬ ਹੋਵੇ। ਔਰ ਅਸੀਂ ਇਹ ਰੈਗੂਲਰਲੀ ਇੱਥੇ ਪ੍ਰੋਗਰਾਮ ਆਪਣੇ ਆਯੋਜਿਤ ਕਰਦੇ ਹਾਂ। ਸੋ ਇਹ ਸਾਰਾ ਕੁਝ ਜੋ 12 ਸਾਲਾਂ ਦੇ ਦੌਰਾਨ ਮੇਰੇ ਕਾਰਜਕਾਲ ਦੇ ਦੌਰਾਨ ਇਹ ਪ੍ਰੈਸ ਕਲੱਬ ਦੀ ਬਿਲਡਿੰਗ ਦੀ ਜੋ ਸਾਰੀ ਦੇਖ ਰੇਖ, ਉਹ ਮੇਰੀ ਦੇਖ ਰੇਖ ਦੇ ਅਧੀਨ ਹੀ ਸਾਰਾ ਇਹ ਪ੍ਰੈਸ ਕਲੱਬ ਦੀ ਬਿਲਡਿੰਗ ਜਿਹੜੀ ਹੈ ਹੋਂਦ ਵਿੱਚ ਆਈ ਹੈ। ਸੋ ਅੱਜ ਉਹ ਜਿਹੜਾ ਅਸੀਂ ਬੂਟਾ ਲਾਇਆ ਸੀ ਉਹ ਇੱਕ ਬੜਾ ਵੱਡਾ ਰੁੱਖ ਬਣ ਗਿਆ, ਤੇ ਹੁਣ ਅਸੀਂ ਬੜੇ ਮਾਣ ਤੇ ਉਹਦੇ ਨਾਲ ਮਾਣ ਨਾਲ ਇਹ ਕਹਿ ਸਕਦੇ ਹਾਂ ਕਿ ਸਾਡਾ ਆਪਣਾ ਬੈਠਣ ਲਈ ਇੱਕ ਜਗ੍ਹਾ ਹੈ, ਇੱਕ ਬਹੁਤ ਹੀ ਬਿਹਤਰੀਨ ਪ੍ਰੈਸ ਕਲੱਬ ਹੈ, ਜਿੱਥੇ ਅਸੀਂ ਸਾਰੀਆਂ ਸਹੂਲਤਾਂ ਪੱਤਰਕਾਰਾਂ ਲਈ ਮੁਹੱਈਆ ਕਰਾਈਆਂ ਹੋਈਆਂ ਹਨ। ਹਾਂ, ਮੇਰਾ ਇਹ ਜਾਣਨਾ ਚਾਹਾਂਗਾ ਕਿ ਜਿਹੜੀ ਤੁਸੀਂ ਕਹਿ ਰਹੇ ਵੀ ਪੱਤਰਕਾਰਾਂ ਲਈ ਸਹੂਲਤਾਂ ਮੁਹੱਈਆ ਕਰਾਈਆਂ, ਇਹ ਕਿਸ ਤਰ੍ਹਾਂ ਦੀ ਸੁਣਵਾਈ ਹੁੰਦੀ ਹੈ? ਮਤਲਬ ਕਿ ਕਿਸ ਤਰ੍ਹਾਂ ਦੀ ਮੁਸ਼ਕਿਲ ਜਿਹੜੀ ਹੁੰਦੀ ਹੈ ਕਿ ਤੁਸੀਂ ਉਸ ਦੀ ਸੋਲਵ ਕਰਨ ਦੇ ਵਿੱਚ ਮਦਦ ਕਰਦੇ ਹੋ? ਕਿਸ ਤਰ੍ਹਾਂ ਦੀ ਉਹ ਮੁਸ਼ਕਿਲ ਲੈ ਕੇ ਆਉਂਦੇ ਨੇ ਤੁਹਾਡੇ ਕੋਲ? ਪੱਤਰਕਾਰਾਂ ਦੀ ਸਮੇਂ ਸਮੇਂ ਤੇ ਪਿਛਲੇ ਸਮੇਂ ਦੌਰਾਨ ਵੀ ਪੱਤਰਕਾਰਾਂ ਦੇ ਨਾਲ ਜਿਸ ਤਰ੍ਹਾਂ ਫਰੀडम ਆਫ ਪ੍ਰੈਸ ਤੇ ਕਈ ਵਾਰ ਹਮਲੇ ਹੁੰਦੇ ਰਹਿੰਦੇ ਨੇ ਪੱਤਰਕਾਰਾਂ ਤੇ। ਪੱਤਰਕਾਰਤਾ ਕਰਦੇ ਕਰਦੇ ਕਈ ਵਾਰ ਕਈ ਸ਼ਿਕਾਇਤਾਂ ਜਿਹੜੀਆਂ ਨੇ ਉਹ ਆਉਂਦੀਆਂ ਰਹਿੰਦੀਆਂ ਨੇ, ਹਮਲੇ ਵੀ ਹੁੰਦੇ ਰਹਿੰਦੇ ਨੇ। ਅਸੀਂ ਉਹਨਾਂ ਨੂੰ ਬੜੇ ਸੁਚੱਜੇ ਢੰਗ ਨਾਲ ਅਸੀਂ ਉਹਨਾਂ ਨੂੰ ਸੌਰਟ ਆਊਟ ਕੀਤਾ। ਔਰ ਪਿਛਲੇ ਸਮੇਂ ਦੌਰਾਨ ਜੋ ਵੀ ਪ੍ਰੈਸ ਦੇ ਨਾਲ ਜੋ ਵੀ ਸਮੱਸਿਆਵਾਂ ਸਾਡੇ ਪੱਤਰਕਾਰ ਸਾਥੀਆਂ ਨੂੰ ਆਈਆਂ, ਚਾਹੇ ਉਹ ਪੁਲਿਸ ਵੱਲੋਂ ਹੋਵੇ, ਚਾਹੇ ਕਿਸੇ ਹੋਰ ਇੰਡੀਵਿਜੂਅਲ ਵੱਲੋਂ ਹੋਵੇ, ਤੇ ਜਿਨ੍ਹਾਂ ਨੇ ਪ੍ਰੈਸ ਦੇ ਸਾਡੇ ਫਰੀडम ਆਫ ਪ੍ਰੈਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਉਹਨਾਂ ਨੂੰ ਬੜੇ ਇਕਮੁੱਠਤਾ ਦੇ ਨਾਲ ਉਹਨਾਂ ਦਾ ਟਾਕਰਾ ਕੀਤਾ ਤੇ ਉਹਨਾਂ ਨੂੰ ਸੌਰਟ ਆਊਟ ਕੀਤਾ। ਬਹੁਤ ਅੱਛੀ ਗੱਲ ਹੈ ਇਹ ਵੀ। ਤੇ ਜੇਕਰ ਹੁਣ ਆਪਾਂ ਜਾਣੀਏ, ਇਹ ਕੋਵਿਡ ਦੇ ਟਾਈਮ ਦੇ ਦੌਰਾਨ ਪੱਤਰਕਾਰ ਭਾਈਚਾਰਾ ਇੱਕ ਉਹ ਭਾਈਚਾਰਾ ਹੈ ਵੀ ਜਿਨ੍ਹਾਂ ਨੇ ਫਰੰਟ ਦੀ ਲੜਾਈ ਲੜੀ ਹੈ, ਜਿੱਥੇ ਸਾਰੀ ਦੁਨੀਆ ਲੋਕਡਾਊਨ ਦੇ ਵਿੱਚ ਅੰਦਰ ਸੀ, ਆਪਣੇ ਆਪ ਨੂੰ ਸੇਫ ਰੱਖ ਰਹੀ ਸੀ। ਆਪਣੇ ਆਪ ਨੂੰ ਸੇਫ ਰੱਖਣਾ ਪੂਰੇ ਮੁਲਕ ਨੂੰ ਸੇਫ ਰੱਖਣ ਦੇ ਬਰਾਬਰ ਸੀ। ਉੱਥੇ ਪੱਤਰਕਾਰ ਭਾਈਚਾਰਾ ਦਿਨ ਰਾਤ ਬਾਹਰ ਨਿਕਲ ਕੇ ਰਿਪੋਰਟਾਂ ਲੈਣੀਆਂ, ਲੋਕਾਂ ਨੂੰ ਹਾਲਾਤ ਨਾਲ ਜਾਣੂ ਕਰਾਉਣਾ ਦੇਸ਼ ਦੇ। ਫਿਰ ਪੱਤਰਕਾਰ ਭਾਈਚਾਰੇ ਦੇ ਕੁਝ ਇਹੋ ਜਿਹੇ ਵੀ ਲੋਕ ਹੈਗੇ ਨੇ ਜਿਨ੍ਹਾਂ ਨੇ 1.5 ਮਹੀਨਾ 2 ਮਹੀਨਾ ਬਾਹਰ ਲੋਕਾਂ ਦੇ ਵਾਸਤੇ, ਉਹਨਾਂ ਨੂੰ ਰਿਪੋਰਟਿੰਗ ਦੇਣ ਵਾਸਤੇ ਉਹ ਘਰੋਂ ਬਾਹਰ ਵੀ ਰਹੇ ਤੇ ਆਪਣੇ ਘਰ ਵੀ ਵਾਪਸ ਨਹੀਂ ਆਏ। ਜਿਸ ਤਰ੍ਹਾਂ ਸੇਮ ਚੀਜ਼ ਡਾਕਟਰਾਂ ਨੇ ਕੀਤੀ ਜਾਂ ਨਰਸਾਂ ਨੇ ਕੀਤੀ। ਬੜਾ ਉਹਨਾਂ ਨੇ ਕਠਿਨ ਸਮਾਂ ਦੇਖਿਆ। ਫਿਰ ਇਹਨਾਂ ਦੀ ਟਾਈਮਿੰਗ ਕੋਈ ਨਹੀਂ, ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਪਤਾ ਨਹੀਂ ਕਿਸ ਟਾਈਮ ਤੱਕ ਇਹਨਾਂ ਨੂੰ ਰਿਪੋਰਟਿੰਗ ਕਰਨੀ ਪੈਂਦੀ ਸੀ, ਜਾਣਾ ਪੈਂਦਾ ਸੀ। ਇਹ ਜਾਈ ਗਏ। ਤੇ ਇਹ ਜਿਹੜਾ ਮੁਸ਼ਕਿਲ ਦਾ ਸਮਾਂ ਹੈ, ਇਹਨੂੰ ਤੁਸੀਂ ਕਿਸ ਤਰ੍ਹਾਂ ਬਿਆਨ ਕਰਦੇ ਜੀ? ਪਿਛਲੇ ਸਮੇਂ ਦੌਰਾਨ ਜਦੋਂ ਤੋਂ ਇਹ ਕਰੋਨਾ COVID-19 ਦਾ ਇਹ ਸ਼ੁਰੂ ਹੋਇਆ ਇੰਡੀਆ ਦੇ ਵਿੱਚ ਲਾਕਡਾਊਨ, ਉਸ ਤੋਂ ਬਾਅਦ ਪੱਤਰਕਾਰਾਂ ਨੇ ਸਾਡੇ ਪੰਜਾਬ ਦੇ ਵਿੱਚ ਵੀ ਤੇ ਸਾਡੇ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਖਾਸ ਤੌਰ ਤੇ ਜਿਹੜੇ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਸੰਬੰਧਿਤ ਨੇ, ਉਹਨਾਂ ਨੇ ਅੱਗੇ ਹੋ ਕੇ ਰਿਪੋਰਟਿੰਗ ਕੀਤੀ। ਤੇ ਹਾਲਾਂਕਿ ਬਹੁਤ ਜ਼ਿਆਦਾ ਖਤਰਾ ਵੀ ਰਿਹਾ ਹੈ COVID-19 ਦਾ, ਤੇ ਹਸਪਤਾਲਾਂ ਦੇ ਵਿੱਚ ਵੀ ਜਾਣਾ ਪੈਂਦਾ ਸੀ। ਸਭ ਕੁਝ ਅਸੀਂ ਖੁਦ ਜਾ ਕੇ, ਅਸੀਂ ਆਪਣੇ ਆਪ ਖੁਦ ਟੈਸਟ ਕਰਵਾਏ ਜਾ ਕੇ COVID-19 ਦੇ, ਤੇ ਖੁਸ਼ਕਿਸਮਤੀ ਨਾਲ ਸਾਡੇ ਜਿਹੜੇ ਟੈਸਟ ਨੇ ਉਹ ਨੈਗੇਟਿਵ ਰਹੇ ਨੇ। ਇਸ ਤਰ੍ਹਾਂ ਦੀ, ਕਿਉਂਕਿ ਇਲੈਕਟ੍ਰੋਨਿਕ ਮੀਡੀਆ ਵਾਲਿਆਂ ਨੂੰ ਖਾਸ ਤੌਰ ਤੇ ਅੱਗੇ ਹੋ ਕੇ ਫਰੰਟ ਤੇ ਸਾਡੇ ਜਿਹੜੇ ਪ੍ਰਿੰਟ ਮੀਡੀਆ ਦੇ ਕੈਮਰਾਮੈਨ ਨੇ, ਉਹਨਾਂ ਨੂੰ ਖਾਸ ਤੌਰ ਤੇ ਅੱਗੇ ਜਾ ਕੇ ਫੋਟੋ ਲੈਣ ਲਈ ਤੇ ਜਾਣਾ ਪਿਆ। ਜਿੱਥੇ ਪੇਸ਼ੈਂਟ ਸਨ ਤੇ ਉੱਥੇ ਜਾਣਾ ਪਿਆ। ਇਸ ਕਰਕੇ ਉਹਨਾਂ ਨੂੰ ਖਤਰਾ ਬਹੁਤ ਰਿਹਾ, ਪਰੰਤੂ ਇਸ ਦੇ ਬਾਵਜੂਦ ਵੀ ਅਸੀਂ ਜਿਹੜੀ ਸਾਰੀ ਪੱਤਰਕਾਰ ਭਾਈਚਾਰੇ ਨੇ ਬੜੇ ਸੁਚੱਜੇ ਢੰਗ ਨਾਲ ਰਿਪੋਰਟਿੰਗ ਕੀਤੀ ਹੈ। ਔਰ ਮੈਂ ਇੱਕ ਗੱਲ ਦਾ ਇੱਥੇ ਵਿਸ਼ੇਸ਼ ਤੌਰ ਤੇ ਜ਼ਿਕਰ ਵੀ ਕਰਨਾ ਚਾਹੁੰਦਾ ਕਿ ਸਾਡੇ ਜਿਸ ਤਰ੍ਹਾਂ ਦੀ ਕੋਵਿਡ ਦੇ ਇੱਕ ਕਰੋਨਾ ਯੋਧਿਆਂ ਦੇ ਤੌਰ ਤੇ ਕੰਮ ਕਰਨ ਦੇ ਵਜੋਂ ਸਾਡੇ ਜੋ ਜ਼ਿਲ੍ਹਾ ਪ੍ਰਸ਼ਾਸਨ ਹੈ ਰੂਪਨਗਰ ਦਾ, ਡਿਪਟੀ ਕਮਿਸ਼ਨਰ ਨੇ ਉਹ ਸਾਡੇ ਪੱਤਰਕਾਰ ਭਾਈਚਾਰੇ ਨੂੰ ਸਨਮਾਨਿਤ ਵੀ ਕੀਤਾ ਸੀ। ਤੇ ਇਸੇ ਕਰਕੇ, ਕਿਉਂਕਿ
ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਜਿਹੜਾ ਸਾਡਾ ਪੱਤਰਕਾਰ ਭਾਈਚਾਰਾ ਹੈ ਉਹ ਬਹੁਤ ਜ਼ਿਆਦਾ ਉਹਨਾਂ ਨੇ ਅੱਗੇ ਹੋ ਕੇ ਜਿਹੜਾ ਕੰਮ ਕੀਤਾ ਹੈ COVID-19 ਦੇ ਵਿੱਚ। ਨਹੀਂ, ਇਹ ਡਿਜ਼ਰਵਿੰਗ ਵੀ ਸੀ, ਕਿਉਂਕਿ ਇਸ ਲੜਾਈ ਦੇ ਵਿੱਚ ਜਿੱਥੇ ਆਮ ਤੌਰ ਤੇ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਖੂਨ ਦੇ ਰੰਗ ਬਦਲ ਗਏ ਨੇ, ਤੇ ਇਸ ਸਥਿਤੀ ਦੇ ਵਿੱਚ ਜਦੋਂ ਪੱਤਰਕਾਰ ਭਾਈਚਾਰਾ ਬਾਹਰ ਨਿਕਲ ਕੇ ਡੇ ਬਾਏ ਡੇ, ਟਾਈਮ ਟੂ ਟਾਈਮ ਤੇ ਮਿੰਟ ਮਿੰਟ ਦੀ ਖਬਰ ਦੁਨੀਆ ਦੇ ਤੱਕ ਪਹੁੰਚਾਉਣਾ, ਇਹ ਆਪਣੇ ਆਪ 'ਚ ਇੱਕ ਮਾਇਨੇ ਵਾਲੀ ਗੱਲ ਹੈਗੀ ਹੈ ਤੇ ਇਹ ਡਿਜ਼ਰਵਿੰਗ ਵੀ ਹੈ। ਤੇ ਜੇਕਰ ਆਪਾਂ ਹੁਣ ਗੱਲ ਕਰੀਏ ਤੇ ਇਸ ਸਮੇਂ ਦੇ ਦੌਰਾਨ ਤੁਹਾਡੇ ਕੋਲ ਕੋਈ ਨੰਬਰ ਫਿਗਰ ਹੈਗਾ? ਕਿਉਂਕਿ ਕਾਫੀ ਸਾਰਾ ਦੇਖਣ ਨੂੰ ਆਇਆ ਕਿ ਬਹੁਤ ਸਾਰੇ ਪੱਤਰਕਾਰ ਭਾਈਚਾਰੇ ਦੇ ਲੋਕ ਕੋਵਿਡ ਦੇ ਸ਼ਿਕਾਰ ਵੀ ਹੋਏ ਨੇ, ਤੇ ਜੇ ਦੇਸ਼ ਭਰ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਕੁਝ ਪੱਤਰਕਾਰਾਂ ਦੀ ਡੈਥ ਵੀ ਹੋਈ ਹੈ ਕੋਵਿਡ ਨੂੰ ਲੈ ਕੇ। ਐਗਜ਼ੈਕਟ ਨੰਬਰ ਤਾਂ ਕੋਈ ਫਿਗਰ ਨਹੀਂ ਅਵੇਲੇਬਲ ਇਸ ਟਾਈਮ ਹੈ, ਲੇਕਿਨ ਜ਼ਰੂਰ ਸਾਡੇ ਪੰਜਾਬ ਦੇ ਵਿੱਚ ਵੀ ਇੱਕ ਜਲੰਧਰ ਦਾ ਮੀਡੀਆ ਹਾਊਸ ਹੈ, ਉੱਥੇ ਵੀ ਸਾਡੇ ਜੋ ਡੈਸਕ ਦੇ ਪੱਤਰਕਾਰ ਸਨ ਉਹ ਪ੍ਰਭਾਵਿਤ ਹੋਏ, ਤੇ ਹੋਰ ਸਟਾਫ ਜੋ ਮੀਡੀਆ ਹਾਊਸ ਦਾ ਉੱਥੇ COVID-19 ਦੇ ਪੇਸ਼ੈਂਟਸ ਸਾਹਮਣੇ ਆਏ ਨੇ। ਤੇ ਉਸ ਗੱਲ ਨੂੰ ਤੇ ਹੋਰ ਵੀ ਇੱਕ ਦੋ ਜਗ੍ਹਾ ਤੇ ਪੰਜਾਬ ਦੇ ਵਿੱਚ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਜਿੱਥੇ ਉਹਨਾਂ ਨੂੰ COVID-19 ਦੇ ਨਾਲ ਉਹ ਅਫੈਕਟਡ ਹੋਏ ਨੇ, ਪਰੰਤੂ ਇਸ ਦੇ ਬਾਵਜੂਦ ਵੀ ਪੱਤਰਕਾਰਾਂ ਨੇ ਬੜੇ ਧੜੱਲੇ ਦੇ ਨਾਲ ਨਿਧੜਕ ਹੋ ਕੇ ਆਪਣੀ ਪੱਤਰਕਾਰੀ ਜਾਰੀ ਰੱਖੀ ਹੋਈ ਹੈ। ਹਾਲਾਂਕਿ ਬਹੁਤ ਜ਼ਿਆਦਾ ਮੁਸ਼ਕਿਲਾਂ ਹਨ ਇਸ ਸਮੇਂ ਵੀ, ਹਾਲਾਂਕਿ ਲੋਕਡਾਊਨ ਥੋੜ੍ਹਾ ਜਿਹਾ ਖੁੱਲ੍ਹ ਗਿਆ ਹੈ, ਪਰੰਤੂ ਫਿਰ ਵੀ ਪੱਤਰਕਾਰ ਜਿਹੜੇ ਨੇ ਉਹ ਅੱਗੇ ਹੋ ਕੇ ਇਸ ਟਾਈਮ ਵੀ ਉਹ ਕੰਮ ਕਰ ਰਹੇ ਨੇ। ਨਹੀਂ, ਤੁਸੀਂ ਬਿਲਕੁਲ ਸਹੀ ਕਿਹਾ। ਇਹ ਅਗਰ ਕੌਮ ਸਮਝੇ ਤੇ ਇਹ ਇੱਕ ਬੜੀ ਵੱਡੀ ਕੌਮ ਦੀ ਸੇਵਾ ਹੈ ਕਿ ਜਿਸ ਟਾਈਮ ਤੇ ਉਹ ਘਰਾਂ ਤੇ ਬਹਿ ਕੇ TV ਦੇਖ ਰਹੇ ਨੇ, ਖਬਰਾਂ ਸੁਣ ਰਹੇ ਨੇ, ਉਹ ਇਹੋ ਹੀ ਇੱਕ ਭਾਈਚਾਰਾ, ਇਹੋ ਹੀ ਇੱਕ ਜ਼ਰੀਆ ਹੈਗਾ ਜਿਹੜਾ ਤੁਹਾਡੇ ਕੋਲ ਹਰ ਟਾਈਮ ਦੀ, ਹਰ ਘੜੀ ਦੀ, ਹਰ ਮੁਸ਼ਕਲ ਦੀ ਖਬਰ ਪਹੁੰਚਾਉਂਦਾ। ਤੇ ਉਹ ਜਿਹੜੀਆਂ ਮੁਸ਼ਕਲਾਂ ਹੈਗੀਆਂ ਉਹਨੂੰ ਉਹ ਪੱਤਰਕਾਰ ਭਾਈਚਾਰਾ ਆਪਣੇ ਅੱਖੀਂ ਦੇਖਦਾ। ਕੁਝ ਇਹੋ ਜਿਹੀਆਂ ਮੁਸ਼ਕਲਾਂ ਹੁੰਦੀਆਂ ਜਿਹੜਾ ਕਿ ਲੋਕ ਆਪਣੇ ਆਪ, ਅਸੀਂ ਲੋਕ ਅੱਖਾਂ ਦੇ ਸਾਹਮਣੇ ਦੇਖ ਵੀ ਨਹੀਂ ਪਾਉਂਦੇ, ਮਗਰ ਪੱਤਰਕਾਰ ਭਾਈਚਾਰੇ ਦੀ ਮਜਬੂਰੀ ਹੁੰਦੀ ਹੈ ਉਸ ਨੂੰ ਦੇਖਣਾ ਵੀ, ਫਰੋਲਣਾ ਵੀ ਤੇ ਦੁਨੀਆ ਤੱਕ ਉਸ ਨੂੰ ਪਹੁੰਚਾਉਣਾ। ਤੇ ਇਹਦੇ ਨਾਲ ਹੀ ਹੁਣ ਮੈਨੂੰ ਇਹ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੋਵਿਡ ਦੇ ਕੁਝ ਸ਼ਿਕਾਰ ਹੋਏ ਨੇ, ਤੇ ਜਿੱਦਾਂ ਪੰਜਾਬ ਦੇ ਵਿੱਚ ਵੀ ਇੱਕ ਅੱਧਾ ਜਾਣਾ ਹੈਗਾ ਜਿਨ੍ਹਾਂ ਦੀ ਡੈਥ ਹੋਈ, ਤੇ ਸਰਕਾਰ ਨੇ ਕੀ ਅਨਾਊਂਸ ਕੀਤਾ ਪੱਤਰਕਾਰ ਭਾਈਚਾਰੇ ਲਈ? ਜਿਸ ਤਰ੍ਹਾਂ ਕਿ ਆਪਾਂ ਨੂੰ ਸੁਣਨ ਦੇ ਵਿੱਚ ਆਇਆ ਸੀ ਡਾਕਟਰ ਲਈ, ਨਰਸਿਸ ਲਈ ਉਹਨਾਂ ਨੇ ਕੁਝ ਲੱਖ ਰੁਪਏ ਅਨਾਊਂਸ ਕੀਤੇ ਸੀ ਵੀ ਅਗਰ ਕਿਸੇ ਦੀ ਕੋਵਿਡ ਦੇ ਦੌਰਾਨ ਜਾਂ ਇਸ ਬਿਮਾਰੀ ਨਾਲ ਲੜਦਿਆਂ ਡੈਥ ਹੋ ਜਾਂਦੀ ਹੈ ਤੇ ਉਸ ਨੂੰ ਕੁਝ ਮੁਆਵਜ਼ਾ ਮਿਲੇਗਾ। ਤੇ ਕੀ ਸਰਕਾਰ ਦਾ ਕੁਝ ਪੱਤਰਕਾਰ ਭਾਈਚਾਰੇ ਉੱਤੇ ਕੀ ਰਵੱਈਆ ਰਿਹਾ? ਪੰਜਾਬ ਤੋਂ ਦੂਰ ਪੰਜਾਬੀਅਤ ਦੇ ਨੇੜੇ ਬ੍ਰਦਰਜ਼ ਹਵੇਲੀ, ਪਿਓਰ ਪੰਜਾਬੀ ਖਾਣਾ, ਪਿਓਰ ਪੰਜਾਬੀ ਸਵਾਦ, ਪਿਓਰ ਪੰਜਾਬੀ ਮਾਹੌਲ। ਭਾਵੇਂ ਵੈਜ ਖਾਓ ਭਾਵੇਂ ਨੌਨ ਵੈਜ, ਸਨੈਕਸ ਤੋਂ ਲੈ ਕੇ ਫੁੱਲ ਮੀਲ, ਸਭ ਕੁਝ ਅੱਜ ਹੀ ਪਹੁੰਚੋ ਬ੍ਰਦਰਜ਼ ਹਵੇਲੀ, 13 to 15 ਪਲਟਨੀ, Dandenong BIC 3175 ਮੈਲਬਰਨ, ਜਾਂ ਕਾਲ ਕਰੋ 6139792277। ਨਹੀਂ, ਇਸ ਗੱਲ ਤੋਂ ਸਾਨੂੰ ਬੜੀ ਜ਼ਿਆਦਾ ਨਿਰਾਸ਼ਾ ਹੋਈ ਹੈ ਕਿ ਪੰਜਾਬ ਸਰਕਾਰ ਨੇ ਬਾਕੀ ਡਾਕਟਰਜ਼ ਲਈ ਜਾਂ ਹੋਰ ਉਹਨਾਂ ਲਈ, ਪੁਲਿਸ ਮੁਲਾਜ਼ਮਾਂ ਲਈ ਜਾਂ ਹੋਰ ਮੁਲਾਜ਼ਮਾਂ ਲਈ ਜੋ ਕੋਵਿਡ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੇ ਅਨਾਊਂਸ ਕੀਤੀਆਂ ਨੇ ਰਿਲੀਫ ਵਗੈਰਾ, ਲੇਕਿਨ ਪੱਤਰਕਾਰ ਭਾਈਚਾਰੇ ਲਈ ਅਜਿਹੀ ਕੋਈ ਪੰਜਾਬ ਸਰਕਾਰ ਨੇ ਯੋਜਨਾ ਅਮਲ ਵਿੱਚ ਨਹੀਂ ਲਿਆਂਦੀ, ਜਿਸ ਗੱਲ ਦੀ ਸਾਨੂੰ ਇਸ ਗੱਲ ਦੀ ਜ਼ਰੂਰ ਨਿਰਾਸ਼ਾ ਹੈ। ਇਹ ਸਰਕਾਰ ਨੂੰ ਚਾਹੀਦਾ ਸੀ ਕਿ ਜਿਸ ਤਰ੍ਹਾਂ ਪੱਤਰਕਾਰ, ਬਾਕੀ ਡਾਕਟਰਜ਼ ਅੱਗੇ ਹੋ ਕੇ ਲੜ ਰਹੇ ਨੇ, ਪੱਤਰਕਾਰ ਵੀ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਅੱਗੇ ਹੋ ਕੇ ਲੜ ਰਹੇ ਨੇ, ਤੇ ਉਹਨਾਂ ਲਈ ਵੀ ਸਰਕਾਰ ਨੂੰ ਕੋਈ ਨਾ ਕੋਈ ਜ਼ਰੂਰ ਇਸ ਤਰ੍ਹਾਂ ਦਾ ਰਿਲੀਫ ਵਗੈਰਾ ਦੇਣਾ ਚਾਹੀਦਾ ਸੀਗਾ ਤੇ ਅਨਾਊਂਸ ਕਰਨਾ ਚਾਹੀਦਾ ਸੀ। ਜੇ ਕੋਈ ਇਹੋ ਜਿਹਾ ਸਾਡਾ ਪੱਤਰਕਾਰ ਸਾਥੀ ਅਫੈਕਟ ਹੁੰਦਾ ਹੈ COVID-19 ਤੋਂ, ਤਾਂ ਉਹਨਾਂ ਨੂੰ ਵੀ ਰਿਲੀਫ ਦੀ ਜ਼ਰੂਰ ਅਨਾਊਂਸਮੈਂਟ ਕਰਨੀ ਚਾਹੀਦੀ ਸੀ। ਇਸ ਗੱਲ ਦੀ ਸਾਨੂੰ ਜ਼ਰੂਰ ਨਿਰਾਸ਼ਾ ਹੈ ਸਰਕਾਰ ਦੀ ਤਰਫੋਂ। ਮਤਲਬ ਕਿ ਸਰਕਾਰ ਨੇ ਕੁਝ ਵੀ ਇਸ ਤਰ੍ਹਾਂ ਦਾ ਅਨਾਊਂਸ ਨਹੀਂ ਕੀਤਾ, ਸਰਕਾਰ ਨੇ ਇਸ ਵੱਲ ਮਾੜੀ ਜਿਹੀ ਵੀ ਆਪਣੀ ਨਜ਼ਰ ਨਹੀਂ ਮਾਰੀ ਕਿ ਪੱਤਰਕਾਰ ਭਾਈਚਾਰਾ ਕਿਸ ਤਰੀਕੇ ਨਾਲ ਕੰਮ ਕਰਦਾ ਪਿਆ। ਬਿਲਕੁਲ ਬਿਲਕੁਲ ਬਿਲਕੁਲ, ਇਹ ਗੱਲ ਬਿਲਕੁਲ ਠੀਕ ਹੈ। ਇਹ ਸਰਕਾਰ ਨੇ ਤੇ ਤੁਸੀਂ ਕਿਸੇ ਮਿਨਿਸਟਰ ਨੂੰ ਮਿਲੇ ਹੋਵੋ ਜਾਂ ਕਿਸੇ ਨੂੰ, ਕਿਉਂਕਿ ਓਬਵੀਅਸ ਹੈ ਕੋਵਿਡ ਦੇ ਦੌਰਾਨ ਤੁਸੀਂ ਕਈ ਮਿਨਿਸਟਰਾਂ ਨੂੰ ਮਿਲਦੇ ਰਹੇ ਹੋ, ਤੇ ਕਿਸੇ ਨਾਲ ਇਸ ਵਿਸ਼ੇ ਦੇ ਉੱਤੇ ਕੋਈ ਚਰਚਾ ਹੋਈ ਹੋਵੇ? ਨਹੀਂ, ਅਸੀਂ ਇੱਥੇ ਜਦੋਂ ਸਾਡਾ
ਲੋਕਡਾਊਨ ਦੇ ਦੌਰਾਨ ਹੀ ਇੱਕ ਸਾਡਾ ਜਿਹੜਾ ਨੈਸ਼ਨਲ ਵਰਲਡ ਪ੍ਰੈਸ ਫਰੀडम ਡੇ ਆਇਆ ਸੀ। ਉਸ ਦੌਰਾਨ ਅਸੀਂ ਪੰਜਾਬ ਦੇ ਜੋ ਚੀਫ ਮਿਨਿਸਟਰ ਸਨ, ਉਹਨਾਂ ਨੂੰ ਇੱਕ ਮੰਗ ਪੱਤਰ ਅਸੀਂ ਡਿਪਟੀ ਕਮਿਸ਼ਨਰ ਦੇ ਰਾਹੀਂ ਜ਼ਿਲ੍ਹਾ ਪ੍ਰੈਸ ਕਲੱਬ ਐਸੋਸੀਏਸ਼ਨ ਤੇ ਰੂਪਨਗਰ ਪ੍ਰੈਸ ਕਲੱਬ ਵੱਲੋਂ ਅਸੀਂ ਦਿੱਤਾ ਸੀ। ਉਹਦੇ ਵਿੱਚ ਅਸੀਂ ਇਸ ਮੰਗ ਦਾ ਵੀ ਜ਼ਿਕਰ ਕੀਤਾ ਸੀ ਕਿ ਸਾਡੇ ਜਿਹੜੇ ਪੱਤਰਕਾਰ ਦੇ 50 ਲੱਖ ਦਾ ਜਿਹੜਾ ਬੀਮਾ ਹੈ ਜਾਂ 50 ਲੱਖ ਦੀ ਰਾਸ਼ੀ ਹੈ ਜਿਹੜੀ ਉਹਨੂੰ ਦਿੱਤੀ ਜਾਵੇ ਜੇ ਕੋਈ ਇਸ ਤਰ੍ਹਾਂ ਦਾ ਅਫੈਕਟਡ ਸਾਡਾ ਹੁੰਦਾ ਹੈ। ਇਸ ਗੱਲ ਦਾ ਅਸੀਂ ਜ਼ਰੂਰ ਉਸ ਟਾਈਮ ਅਸੀਂ ਇੱਕ ਮੰਗ ਪੱਤਰ ਵਿੱਚ ਇਹ ਅਸੀਂ ਮੰਗ ਅਸੀਂ ਦਰਜ ਕੀਤੀ ਸੀ। ਮਗਰ ਉਹਦੇ ਤੇ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ? ਨਹੀਂ, ਉਹਦੇ ਤੇ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ। ਇਸ ਗੱਲ ਦਾ ਸਾਨੂੰ ਅਫਸੋਸ ਵੀ ਹੈ ਸਰਕਾਰ ਦੇ ਵੱਲੋਂ। ਤੇ ਜਿਸ ਤਰ੍ਹਾਂ ਕਿ ਤੁਸੀਂ ਮੰਗ ਪੱਤਰ ਦਿੱਤਾ ਤੇ ਏਦਾਂ ਕੁਝ ਹੋਰ ਵੀ ਭਾਈਚਾਰੇ ਹੋਣਗੇ ਪੱਤਰਕਾਰ ਦੇ, ਜਿਸ ਤਰ੍ਹਾਂ ਤੁਸੀਂ ਰੂਪਨਗਰ ਦੇ ਹੈਗੇ ਜਾਂ ਦੂਸਰੇ ਸ਼ਹਿਰਾਂ ਦੇ ਹੋਣਗੇ, ਜ਼ਿਲ੍ਹਿਆਂ ਦੇ ਹੋਣਗੇ, ਤੇ ਜ਼ਿਆਦਾਤਰ ਇਹ ਖਬਰਾਂ ਜਿਹੜੀਆਂ ਹੈਗੀਆਂ ਪ੍ਰੈਸ ਦੇ ਵਿੱਚ ਤੇ ਦੇਖਣ ਨੂੰ ਆਈਆਂ ਨਹੀਂ। ਤੇ ਇਹਦੇ ਨਾਲ ਹੀ ਮੈਂ ਅਗਲਾ ਕੁਐਸਚਨ ਵੀ ਰੱਖਣਾ ਚਾਹੁੰਦਾ ਤੁਹਾਡੇ ਅੱਗੇ ਕਿ ਬਹੁਤ ਸਾਰਾ ਇਹ ਦੇਖਿਆ ਹੈ ਕਿ ਕਾਫੀ ਜਿਹੜੇ ਪੱਤਰਕਾਰ ਲੋਕ ਹੈਗੇ ਨੇ, ਜਿਸ ਤਰ੍ਹਾਂ ਕੋਵਿਡ ਦੇ ਦੌਰਾਨ ਸਾਰੇ ਬਿਜ਼ਨਸ ਰੁਕ ਗਏ ਨੇ, ਖਤਮ ਵੀ ਹੋ ਗਏ ਨੇ ਕੁਝ, ਤੇ ਪੱਤਰਕਾਰ ਭਾਈਚਾਰੇ ਦੇ ਲੋਕਾਂ ਦੇ ਵੀ ਇਸ ਦਾ ਅਸਰ ਪਿਆ ਵਾ। ਕਈਆਂ ਨੂੰ ਆਪਣੀ ਜੋਬ ਦਾ ਹੱਥ ਧੋਣਾ ਪਿਆ। ਤੇ ਇਹ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਦੇਖਦੇ ਜੇ? ਮੈਂ ਸਮਝਦਾ ਕਿ ਇਹ ਬਹੁਤ ਵੱਡਾ ਸੰਕਟ ਹੈ ਪੱਤਰਕਾਰੀ ਤੇ ਇਸ ਟਾਈਮ। ਮੈਂ ਪਿਛਲੇ 20-25 ਸਾਲ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਵਿਚਰ ਰਿਹਾ। ਮੈਂ ਐਡਾ ਵੱਡਾ ਸੰਕਟ ਪੱਤਰਕਾਰੀ ਦੇ ਆਪਣੀ ਜੋ ਲਾਈਫ ਦੇ ਵਿੱਚ ਹੈ ਉਹ ਨਹੀਂ ਦੇਖਿਆ, ਕਿਉਂਕਿ ਲੋਕਡਾਊਨ ਤੋਂ ਬਾਅਦ ਵੱਡੇ ਪੱਧਰ ਤੇ ਜਿੱਥੇ ਪੱਤਰਕਾਰ ਦੇ ਵੱਖ-ਵੱਖ ਮੀਡੀਆ ਅਦਾਰਿਆਂ ਨੇ, ਮੀਡੀਆ ਹਾਊਸਸ ਨੇ ਪੱਤਰਕਾਰਾਂ ਦੀ ਰਿਟਰੈਂਚਮੈਂਟ ਕੀਤੀ ਹੈ, ਉਹਨਾਂ ਦੀ ਛਾਂਟੀ ਕੀਤੀ ਹੈ। ਉਸ ਤੋਂ ਇਲਾਵਾ ਕਈ ਜਿਹੜੇ ਅਖਬਾਰ ਨੇ ਉਹਨਾਂ ਨੇ ਸੈਲਰੀ ਕੱਟ ਲਗਾਏ ਨੇ, ਅਖਬਾਰਾਂ ਦੇ ਜਿਹੜੇ ਨੇ ਅਦਾਰਿਆਂ ਨੇ ਸੈਲਰੀ ਉਹਨਾਂ ਦੀ ਕੱਟੀ ਹੈ, ਘਟਾ ਦਿੱਤੀ ਹੈ। ਤੇ ਇਸ ਤੋਂ ਇਲਾਵਾ ਮਤਲਬ ਮੇਰੇ ਖਿਆਲ ਕੋਈ ਸ਼ਾਇਦ ਇਹ ਅਖਬਾਰ ਇਹ ਅਦਾਰਾ ਇਸ ਤਰ੍ਹਾਂ ਬਚਿਆ ਹੋਏਗਾ ਜਿਹਨੇ ਹੁਣ ਤੱਕ ਆਪਣੇ ਅਦਾਰੇ ਵਿੱਚੋਂ ਪੱਤਰਕਾਰਾਂ ਨੂੰ ਨਾ ਕੱਢਿਆ ਹੋਵੇ। ਔਰ ਇੱਕ ਗੱਲ ਮੈਂ ਇੱਥੇ ਜ਼ਰੂਰ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਮੀਡੀਆ ਹਾਊਸ ਤੇ ਜੋ ਸੰਕਟ ਦੀ ਗੱਲ ਹੈ, ਉਹਦੇ ਵਿੱਚ ਸਭ ਤੋਂ ਵੱਡਾ ਸੰਕਟ ਤਾਂ ਇਹ ਆ ਗਿਆ ਕਿ ਸਰਕੂਲੇਸ਼ਨ ਦਾ ਬੜਾ ਵੱਡਾ ਸੰਕਟ ਮੀਡੀਆ ਹਾਊਸਸ ਤੇ ਆ ਗਿਆ ਜਦੋਂ ਤੋਂ ਇਹ ਲੋਕਡਾਊਨ ਸ਼ੁਰੂ ਹੋਇਆ। ਕਿਉਂਕਿ ਲੋਕਾਂ ਨੇ ਕਰੋਨਾ ਵਾਇਰਸ ਦੇ ਡਰੋਂ ਅਖਬਾਰ ਪੜ੍ਹਨੇ ਕਈ ਲੋਕਾਂ ਨੇ ਬੰਦ ਕਰ ਦਿੱਤੇ, ਕਿਉਂਕਿ ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਸੀ ਕਿ ਇਹ ਕੋਵਿਡ-19 ਦਾ ਕਿਤੇ ਇਹਦੇ ਕਰਕੇ ਸਾਨੂੰ ਕੋਵਿਡ-19 ਨਾ ਹੋ ਜਾਵੇ, ਤੇ ਉਹਨਾਂ ਨੇ ਅਖਬਾਰ ਪੜ੍ਹਨੇ ਬੰਦ ਕਰ ਦਿੱਤੇ। ਤੇ ਜਿਸ ਕਰਕੇ ਇਹ ਸਰਕੂਲੇਸ਼ਨ ਹੈ ਜਿਹੜੀ ਅਖਬਾਰਾਂ ਦੀ ਉਹ ਬਹੁਤ ਜ਼ਿਆਦਾ ਡਾਊਨ ਆ ਗਈ। ਔਰ ਅਖਬਾਰਾਂ ਨੂੰ ਸਰਕੂਲੇਸ਼ਨ ਦੇ ਨਾਲ ਨਾਲ ਰੈਵਨਿਊ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ, ਕਿਉਂਕਿ ਐਡਵਰਟਾਈਜ਼ਮੈਂਟ ਵੀ ਬੰਦ ਹੋ ਗਈਆਂ। ਤੇ ਕਿਉਂਕਿ ਅਖਬਾਰ ਤੁਹਾਨੂੰ ਪਤਾ ਹੀ ਹੈ ਜੋ ਮੀਡੀਆ ਹੈ ਉਹ ਐਡਵਰਟਾਈਜ਼ਮੈਂਟ ਤੇ ਜ਼ਿਆਦਾ ਚੱਲਦਾ ਹੈ, ਤੇ ਐਡਵਰਟਾਈਜ਼ਮੈਂਟ ਦੇ ਖਤਮ ਹੋਣ ਨਾਲ ਅਖਬਾਰਾਂ ਦੇ ਜਿਹੜੇ ਹੈ ਫਾਈਨੈਂਸ਼ੀਅਲ ਹਾਲਤ ਹੈ ਉਹ ਵੀ ਖਰਾਬ ਹੋ ਗਈ। ਤੇ ਉਹਦੇ ਨਾਲ ਅਖਬਾਰਾਂ ਦੇ ਜਿਹੜੇ ਅੱਗੇ ਪੁਲ ਆਊਟ ਆਉਂਦੇ ਸਨ ਉਹ ਬੰਦ ਹੋ ਗਏ, ਅਖਬਾਰਾਂ ਦੇ ਪੇਜ ਘੱਟ ਗਏ। ਤੇ ਇਸ ਤਰ੍ਹਾਂ ਦੀਆਂ ਜੋ ਦਿੱਕਤਾਂ ਹੈਗੀਆਂ ਨੇ ਉਹ ਬਹੁਤ ਜ਼ਿਆਦਾ ਜੋ ਮੀਡੀਆ ਦੇ ਖੇਤਰ ਵਿੱਚ ਵਿਚਰੇ ਲੋਕਾਂ ਨੂੰ, ਕੁੱਲ ਮਿਲਾ ਕੇ ਇਹ ਸਾਰਾ ਭਾਰ ਜਿਹੜਾ ਹੈਗਾ ਇਹ ਪੱਤਰਕਾਰ ਭਾਈਚਾਰੇ ਦੇ ਉੱਤੇ ਪਿਆ, ਕਿਉਂਕਿ ਮਗਰੋਂ ਪੈਸੇ ਕੱਟਦੇ ਆਏ ਤੇ ਸਾਰਾ ਭਾਰ ਪੱਤਰਕਾਰ ਭਾਈਚਾਰੇ ਦੇ ਉੱਤੇ ਆ ਗਿਆ। ਬਿਲਕੁਲ, ਇਹ ਅਲਟੀਮੇਟਲੀ ਇਹ ਗੱਲ ਸਾਰਾ ਜਿਹੜਾ ਹੈ ਪੱਤਰਕਾਰ ਭਾਈਚਾਰੇ ਤੇ ਪਿਆ, ਤੇ ਪੱਤਰਕਾਰ ਭਾਈਚਾਰੇ ਨੂੰ ਬੜਾ ਜ਼ਿਆਦਾ ਇਸਦਾ ਖਮਿਆਜਾ ਭੁਗਤਣਾ ਪਿਆ। ਤੇ ਕਈ ਪੱਤਰਕਾਰ ਜਿਹੜੇ ਨੇ ਬੜੇ ਸੀਨੀਅਰ ਮੋਸਟ ਪੱਤਰਕਾਰ ਨੇ ਉਹਨਾਂ ਨੂੰ ਵੀ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। ਮੈਂ ਪੰਜਾਬ ਦੀ ਉਹ ਗੱਲ ਕਰਦਾ ਵੀ ਪੰਜਾਬ ਦੇ ਸ਼ਾਇਦ ਹੀ ਕੋਈ ਅਖਬਾਰ ਹੋਏਗਾ ਜਿਸ ਵਿੱਚ ਰਿਟਰੈਂਚਮੈਂਟ ਨਾ ਹੋਈ ਹੋਵੇ, ਪੱਤਰਕਾਰਾਂ ਨੂੰ ਜਿਹੜਾ ਇਸ ਗੱਲ ਦਾ ਖਮਿਆਜਾ ਨਾ ਭੁਗਤਣਾ ਪਿਆ ਹੋਵੇ। ਤੇ ਜਦੋਂ ਇਹਨਾਂ ਨੂੰ ਨੌਕਰੀ ਤੋਂ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਹੁਤ ਸੀਨੀਅਰ ਹੈਗੇ, ਓਬਵੀਅਸਲੀ ਉਹਨਾਂ ਦੀ 10-15-20 ਸਾਲ ਦੀਆਂ ਸਰਵਿਸ ਹੋਣਗੀਆਂ, ਤੇ ਜਦੋਂ ਉਹਨਾਂ ਨੂੰ ਆਪਣੀ ਜੋਬ ਛੱਡ ਕੇ ਜਾਣਾ ਪੈਂਦਾ, ਕੀ ਇਹਨਾਂ ਨੂੰ ਕੋਈ ਰਿਡੰਡੈਂਸੀ ਪੈਕੇਜ ਦਿੱਤਾ ਜਾਂਦਾ ਕਿ ਜਾਂ ਬਿਲਕੁਲ ਹੀ ਉਸ ਟਾਈਮ ਤੇ ਭੇਜ ਦਿੱਤਾ ਜਾਂਦਾ? ਇਸ ਤਰ੍ਹਾਂ ਹੈ ਵੀ ਇਹ ਵੈਸੇ ਜਿਸ ਤਰ੍ਹਾਂ ਆਪਣੇ ਸਾਡੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਸੀ ਕਿ ਕੋਈ ਵੀ ਕੰਪਨੀ, ਪ੍ਰਾਈਵੇਟ ਅਦਾਰਾ ਕਿਸੇ ਦੀ ਰਿਟਰੈਂਚਮੈਂਟ ਜਾਂ ਛਾਂਟੀ ਨਾ ਕਰੇ, ਪਰੰਤੂ ਕਿਸੇ ਨੇ ਵੀ ਉਹਨਾਂ ਦੀ ਗੱਲ ਤੇ ਗੌਰ ਨਹੀਂ ਕੀਤਾ। ਔਰ ਮੀਡੀਆ ਹਾਊਸਸ ਵਿੱਚ ਵੀ ਇਸ ਗੱਲ ਦਾ ਜਿਹੜਾ ਇਫੈਕਟ ਪਿਆ।
ਔਰ ਉਹਨਾਂ ਨੇ ਵੀ ਇਸ ਗੱਲ ਦਾ ਇਗਨੋਰ ਕੀਤਾ ਤੇ ਛਾਂਟੀ ਜਿਹੜੀ ਆ ਪੱਤਰਕਾਰਾਂ ਦੀ ਕੀਤੀ ਹੈ। ਔਰ ਇਸ ਕਰਕੇ ਇਹ ਮੈਂ ਸਮਝਦਾ ਕਿ ਉਹਨਾਂ ਨੂੰ, ਸਰਕਾਰ ਨੂੰ ਚਾਹੀਦਾ ਸੀ ਕਿ ਕੋਈ ਨਾ ਕੋਈ ਪੈਕੇਜ, ਜਿਸ ਤਰ੍ਹਾਂ ਬਾਕੀ ਸੈਕਟਰਸ ਲਈ ਉਹਨਾਂ ਨੇ ਪੈਕੇਜ ਅਨਾਊਂਸ ਕੀਤੇ ਨੇ, ਉਹਨਾਂ ਨੂੰ ਮੀਡੀਆ ਸੈਕਟਰ ਦੇ ਲਈ ਵੀ, ਮੀਡੀਆ ਖੇਤਰ ਦੇ ਲਈ ਵੀ, ਮੀਡੀਆ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਵੀ ਕੋਈ ਨਾ ਕੋਈ ਪੈਕੇਜ ਜ਼ਰੂਰ ਅਨਾਊਂਸ ਕਰਨਾ ਚਾਹੀਦਾ ਸੀ, ਜੋ ਅਜੇ ਤੱਕ ਨਹੀਂ ਹੋ ਸਕਿਆ। ਔਰ ਇਸ ਗੱਲ ਦਾ ਥੋੜ੍ਹੇ ਦਿਨ ਪਹਿਲਾਂ ਹੀ ਸਾਡੇ ਇੱਥੇ ਵੱਖ-ਵੱਖ ਜਿਹੜੀਆਂ ਪੱਤਰਕਾਰਾਂ ਦੀ ਯੂਨੀਅਨਾਂ ਹੈਗੀਆਂ ਨੇ, ਉਹਨਾਂ ਨੇ ਇਕੱਠੇ ਹੋ ਕੇ ਇਸ ਗੱਲ ਦੀ ਆਵਾਜ਼ ਉਠਾਈ ਹੈ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਪੱਤਰਕਾਰਾਂ ਦੇ ਲਈ ਤੇ ਮੀਡੀਆ ਦੇ ਲਈ ਇੱਕ ਸਪੈਸ਼ਲ ਪੈਕੇਜ ਇਸ COVID-19 ਦੀ ਸਿਚੁਏਸ਼ਨ ਦੇ ਉਭਰਨ ਲਈ ਜ਼ਰੂਰ ਦੇਣਾ ਚਾਹੀਦਾ ਹੈ। ਸਰਕਾਰ ਨੇ ਸ਼ਾਇਦ ਉਹਨਾਂ ਮੀਡੀਆ ਨੂੰ ਦਿੱਤਾ ਹੋਏਗਾ ਜਿਹੜੇ ਉਹਦੇ ਵੱਲ ਦੀ ਗੱਲ ਕਰਦੇ ਨੇ, ਕਿਉਂਕਿ ਜਿੱਦਾਂ ਦੇਖਣ 'ਚ ਆਇਆ ਵੀ ਮੀਡੀਆ ਹੀ ਉਹ ਚੈਨਲ ਹੈਗਾ ਵਾ ਜਿਹੜਾ ਕਿ ਸਰਕਾਰ ਦੀਆਂ ਖਬਰਾਂ ਦੁਨੀਆ ਤੱਕ ਪਹੁੰਚਾਉਂਦਾ। ਹੁਣ ਮੀਡੀਆ ਦੇ ਅੰਦਰ ਹੀ ਆਪਣੇ ਬੰਦਿਆਂ ਦੀ ਛਾਂਟੀ ਹੋਣਾ, ਉਹਨਾਂ ਦੀਆਂ ਖਬਰਾਂ ਕਿੱਥੇ ਆਉਣੀਆਂ, ਕਿਉਂਕਿ ਉਹਨਾਂ ਦੀਆਂ ਖਬਰਾਂ ਤੇ ਕਿਤੇ ਨਜ਼ਰ ਨਹੀਂ ਆਈਆਂ। ਇਹਦਾ ਕੀ ਕਾਰਨ ਸਮਝਦੇ ਜੀ? ਨਹੀਂ, ਮੈਂ ਇੱਕ ਤਰਾਸਦੀ ਹੈ ਸਾਡੇ ਪੱਤਰਕਾਰੀ ਤੁਸੀਂ ਪੱਤਰਕਾਰੀ ਭਾਈਚਾਰੇ ਨੂੰ ਇਸ ਦਾ ਬਲੇਮ ਦਿੰਦੇ ਹੋ ਕਿ ਜਾਂ ਯੂਨੀਅਨ ਨੂੰ ਬਲੇਮ ਦਿੰਦੇ ਹੋ ਕਿ ਜਾਂ ਇਹ ਕਹਿੰਦੇ ਹੋ ਵੀ ਇਹ ਪੱਤਰਕਾਰ ਜੋ ਵੀ ਇਹ ਇੰਡਸਟਰੀ ਹੈਗੀ ਹੈ ਇਹ ਹੈ ਹੀ ਇੱਦਾਂ ਕਿ ਜਦੋਂ ਕੋਈ ਨਿਕਲ ਜਾਂਦਾ ਕੋਈ ਉਹਦੀ ਬਾਂਹ ਫੜਨ ਵਾਲਾ ਨਹੀਂ ਹੈਗਾ? ਨਹੀਂ, ਬਾਂਹ ਫੜਨ ਵਾਲੇ ਯੂਨੀਅਨਸ ਵਗੈਰਾ ਜ਼ਰੂਰ ਹੈਗੀਆਂ ਨੇ, ਲੇਕਿਨ ਕਿਉਂਕਿ ਇਹ ਜਿਹੜੇ ਜ਼ਿਆਦਾਤਰ ਅਦਾਰੇ ਹੈਗੇ ਨੇ, ਮੀਡੀਆ ਦੇ ਜਿਹੜੇ ਹਾਊਸਿਸ ਹੈਗੇ ਨੇ, ਉਹ ਇੰਡਸਟਰੀਸਟ ਦੇ ਕੰਟਰੋਲ ਵਿੱਚ ਹੈਗੇ ਨੇ। ਉਹ ਆਪਣੇ ਇੰਟਰਸਟ ਪਹਿਲਾਂ ਦੇਖਦੇ ਨੇ, ਜਿਸ ਕਰਕੇ ਇਹ ਸਾਰੀਆਂ ਜਿਹੜੀਆਂ ਉਹ ਆਪਣਾ ਫਾਇਦਾ ਦੇਖਦੇ ਨੇ, ਆਪਣਾ ਪ੍ਰੋਫਿਟ ਦੇਖਦੇ ਨੇ ਪਹਿਲਾਂ, ਜਿਸ ਕਰਕੇ ਇਹ ਸਮੱਸਿਆਵਾਂ ਸਾਹਮਣੇ ਮਤਲਬ ਆ ਰਹੀਆਂ ਨੇ। ਮੈਂ ਤੁਹਾਡੇ ਪੁਆਇੰਟ ਮੈਂ ਤੁਹਾਡਾ ਲੈ ਲਿਆ ਵੀ ਠੀਕ ਹੈ, ਉਹ ਆਪਣਾ ਦੇਖਦੇ, ਮਗਰ ਇਸ ਦਾ ਸੋਲਿਊਸ਼ਨ ਕੀ ਹੈਗਾ? ਜੇਕਰ ਆਪਾਂ ਦੀ ਛਾਂਟੀ ਹੋ ਰਹੀ ਹੈ, ਅਗਰ ਅਸੀਂ ਉਹਨੂੰ ਮੀਡੀਆ ਲੋਕਾਂ ਦੇ ਅੱਗੇ ਦੱਸ ਨਹੀਂ ਰਹੇ, ਕਿਉਂਕਿ ਅਸੀਂ ਤਾਂ ਦੁਨੀਆ ਦੀਆਂ ਖਬਰਾਂ ਦੱਸਦੇ ਹਾਂ, ਸਾਡੇ ਨਾਲ ਹੀ ਇਹ ਵਧੀਕੀ ਹੋ ਰਹੀ ਹੈ ਤੇ ਅਸੀਂ ਕਿੱਥੇ ਜਾਵਾਂਗੇ? ਦੇਖੋ, ਮੈਂ ਇਹ ਸਾਡੇ ਕਈ ਵਾਰ ਇਹ ਗੱਲਾਂ ਅਸੀਂ ਸਾਡੇ ਸੈਮੀਨਾਰਾਂ ਵਿੱਚ ਵੀ ਇਹ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ, ਜਦੋਂ ਅਸੀਂ ਸਾਡੇ ਕਿਸੇ ਮੀਡੀਆ ਦੇ ਮੁੱਦੇ ਤੇ ਸੈਮੀਨਾਰ ਕਰਦੇ ਹਾਂ, ਕਿ ਸਾਡੀ ਤਰਾਸਦੀ ਇਹੀ ਹੈ ਵੀ ਸਾਡੀ ਜੋ ਮੀਡੀਆ ਦੇ ਵਿੱਚ ਜਿੰਨੀ ਜ਼ਿਆਦਾ ਪੱਤਰਕਾਰਾਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ, ਉਹ ਅਸੀਂ ਆਪਣੀ ਐਕਸਪਲੋਇਟੇਸ਼ਨ ਨੂੰ ਅਸੀਂ ਨਹੀਂ ਉਜਾਗਰ ਕਰ ਸਕਦੇ, ਕਿਉਂਕਿ ਜਦੋਂ ਖਬਰ ਕੋਈ ਪਬਲਿਸ਼ ਕਰਨੀ ਹੈ ਜਾਂ ਬ੍ਰੌਡਕਾਸਟ ਕਰਨੀ ਆ ਜਾਂ ਟੈਲੀਕਾਸਟ ਕਰਨੀ ਆ, ਤਾਂ ਉਹ ਉਹਨਾਂ ਦੇ ਅਗੇਂਸਟ ਖਬਰਾਂ ਜਦੋਂ ਅਸੀਂ ਕਰਾਂਗੇ ਤਾਂ ਉਹਨਾਂ ਦੇ ਅਗੇਂਸਟ ਜਾਂਦੀਆਂ ਨੇ ਜੋ ਮਾਲਕ ਨੇ ਉਹਨਾਂ ਦੇ ਮੀਡੀਆ ਹਾਊਸਿਸ ਦੇ, ਜਿਸ ਕਾਰਨ ਇਹ ਜਿਹੜਾ ਹੈ ਸਾਰਾ ਦਿੱਕਤ ਪੱਤਰਕਾਰ ਭਾਈਚਾਰੇ ਨੂੰ, ਮੈਂ ਸਮਝਦਾ ਕਿ ਇਹ ਇੱਕ ਤਰ੍ਹਾਂ ਨਾਲ ਐਕਸਪਲੋਇਟੇਸ਼ਨ ਲੰਬੇ ਸਮੇਂ ਤੋਂ ਇਹ ਹੁੰਦੀ ਆ ਰਹੀ ਹੈ। ਮਗਰ ਜੇਕਰ ਤੁਸੀਂ ਸਾਰੇ ਇਕੱਠੇ ਹੋ ਕੇ ਇਹ ਚੀਜ਼ ਨਹੀਂ ਕਰੋਗੇ ਤੇ ਫਿਰ ਇੱਕ ਇੱਕ ਕਰਕੇ ਤੇ ਇਦਾਂ ਜੋਬਾਂ ਚੋਂ ਨਿਕਲਦੇ ਰਹਿਣਗੇ, ਤੇ ਜਿਨ੍ਹਾਂ ਨੂੰ ਜੋਬ ਮਿਲਣਗੀਆਂ ਜਾਂ ਨਹੀਂ ਮਿਲਣਗੀਆਂ ਇਹ ਤੇ ਫਿਊਚਰ ਦਾ ਇੱਕ ਪਾਰਟ ਹੋ ਗਿਆ ਕਿ ਇਹ ਕਦੋਂ ਕੋਵਿਡ ਜਾਏਗਾ, ਕਦੋਂ ਉਹਨਾਂ ਨੂੰ ਲੋੜ ਪਏਗੀ। ਮਗਰ ਇਸ ਟਾਈਮ ਦੇ ਉੱਤੇ ਜਦੋਂ ਕੰਪਨੀਆਂ ਤੁਹਾਡੀ ਮਦਦ ਨਹੀਂ ਕਰ ਰਹੀਆਂ, ਸਰਕਾਰਾਂ ਨੇ ਆਪਣਾ ਪਿੱਛਾ ਛੁਡਾਇਆ ਹੋਇਆ, ਸਰਕਾਰ ਤੇ ਚਾਹੁੰਦੀ ਹੈ ਕਿ ਪੱਤਰਕਾਰ ਭਾਈਚਾਰਾ ਕੱਢੇ ਤੇ ਜਿਹੜੀਆਂ ਲੋਕਾਂ ਨੂੰ ਸੱਚਾਈ ਜਾ ਕੇ ਸਾਹਮਣੇ ਆਉਂਦੀ ਹੈ ਉਹ ਘੱਟ ਤੋਂ ਘੱਟ ਹੀ ਜਾਵੇ, ਤੇ ਇਹਦੇ 'ਚ ਤੇ ਉਹਦਾ ਫਾਇਦਾ ਹੀ ਹੈ। ਤੇ ਜਿਹੜਾ ਤੁਸੀਂ ਮੈਨੂੰ ਇਹ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਸੀ ਕੋਈ ਨਾ ਕੋਈ ਪੈਕੇਜ ਅਨਾਊਂਸ ਕਰਨਾ, ਸਰਕਾਰ ਨੇ ਤੇ ਉੱਦਾਂ 20 ਲੱਖ ਕਰੋੜ ਦੇ ਪੈਕੇਜ ਅਨਾਊਂਸ ਕਰ ਦਿੱਤੇ, ਉਹਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਮਿਲ ਚੁੱਕੇ ਜਾਂ ਕਿੰਨਿਆਂ ਕੁ ਦਾ ਫਾਇਦਾ ਹੋਣ ਜਾ ਰਿਹਾ, ਇਹ ਦੁਨੀਆ ਭਲੀ ਭਾਂਤ ਨੂੰ ਜਾਣਦੀ ਹੈ। ਬਿਲਕੁਲ ਮਤਲਬ ਇਹ ਸਰਕਾਰ ਨੂੰ ਇਸ ਗੱਲ ਦਾ ਚਾਹੀਦਾ ਸੀ, ਕੋਈ ਨਾ ਕੋਈ ਸੋਲਿਊਸ਼ਨ ਕਰਨਾ ਚਾਹੀਦਾ ਸੀ। ਤੇ ਹੁਣ ਵੀ ਜਿਹੜੀ ਸਾਡੀ ਯੂਨੀਅਨਸ ਹੈਗੀਆਂ ਨੇ ਉਹ ਮੰਗ ਕਰ ਰਹੀਆਂ ਨੇ ਵੀ ਇਹ ਜਿਹੜਾ ਇਸ ਪਾਸੇ ਜ਼ਰੂਰ ਧਿਆਨ ਦਿੱਤਾ ਜਾਵੇ ਕਿ ਜਿਹੜੀ ਛਾਂਟੀ ਹੈ ਉਹ ਬੰਦ ਕੀਤੀ ਜਾਵੇ, ਤੇ ਪੱਤਰਕਾਰਾਂ ਨੂੰ ਤੇ ਮੀਡੀਆ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਜ਼ਰੂਰ ਕੋਈ ਨਾ ਕੋਈ ਪੈਕੇਜ ਜ਼ਰੂਰ ਅਨਾਊਂਸ ਕੀਤਾ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਸਾਰੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਕਿਸੇ ਦੀ ਛਾਂਟੀ ਨਹੀਂ ਕਰਨ, ਕਿ ਇਸ ਦਾਅਵੇ ਨੂੰ ਲੈ ਕੇ ਤੁਸੀਂ ਕਿਤੇ ਕੋਰਟ ਦੇ ਵਿੱਚ ਕੋਈ ਪਲੀ ਦਾਇਰ ਕਰ ਸਕਦੇ ਜੀ, ਜਾਂ ਜਿਨ੍ਹਾਂ ਦੀ ਛਾਂਟੀ ਹੋਈ ਹੈ ਉਹ ਕਿਤੇ ਇਕੱਠੇ ਹੋ ਕੇ ਉਹ ਕਰ ਸਕਦੇ ਨੇ? ਨਹੀਂ, ਅਸੀਂ ਇਹ ਸਾਡੀ ਜੋ ਯੂਨੀਅਨਸ ਹੈਗੀ ਨੇ ਸਟੇਟ ਲੈਵਲ ਦੀਆਂ, ਅਸੀਂ ਉਹਨਾਂ ਕੋਲ ਇਹ ਮੁੱਦਾ ਅਸੀਂ ਜ਼ਰੂਰ ਚੱਕਿਆ ਤੇ ਉਹ ਇਸ ਗੱਲ ਤੇ ਡਿਸਕਸ਼ਨ ਕਰ ਰਹੇ ਨੇ ਵੀ ਇਸ ਗੱਲ ਨੂੰ ਲੈ ਕੇ ਅਸੀਂ ਕੋਰਟ ਵਿੱਚ ਕਿਸ ਤਰ੍ਹਾਂ, ਕਿਉਂਕਿ ਜਿਹੜੀਆਂ ਸਾਡੀ ਯੂਨੀਅਨਸ ਹੈਗੀਆਂ ਨੇ ਸਟੇਟ ਲੈਵਲ ਦੀਆਂ
ਉਹ ਨੈਸ਼ਨਲ ਲੈਵਲ ਤੇ ਯੂਨੀਅਨਸ ਵਗੈਰਾ ਨਾਲ ਜੁੜੀਆਂ ਹੋਈਆਂ ਨੇ ਤੇ ਉਹ ਜ਼ਰੂਰ ਇਸ ਪਾਸੇ ਉਹਨਾਂ ਨੇ ਸਾਨੂੰ ਇਸ ਗੱਲ ਦਾ ਭਰੋਸਾ ਵੀ ਦਿਵਾਇਆ ਕਿ ਉਹ ਇਸ ਨੂੰ ਜ਼ਰੂਰ ਇਸ ਗੱਲ ਤੇ ਵਿਚਾਰ ਕਰ ਰਹੇ ਨੇ ਕਿ ਇਸ ਨੂੰ ਅਸੀਂ ਲੀਗਲੀ ਕਿਸ ਤਰ੍ਹਾਂ ਅਸੀਂ ਲੈ ਕੇ ਜਾਈਏ। ਪਰ ਮੈਂ ਇਸ ਗੱਲ ਤੇ ਲੀਗਲੀ ਜੋ ਮੈਟਰਸ ਹੈਗੇ ਨੇ ਉਹ ਬੜੇ ਲੰਬੇ ਚਲੇ ਜਾਂਦੇ ਨੇ, ਜਦੋਂ ਕੋਰਟ 'ਚ ਮਾਮਲੇ ਚਲੇ ਜਾਂਦੇ ਨੇ ਤਾਂ ਬਹੁਤ ਜ਼ਿਆਦਾ ਲੰਬੇ ਹੋ ਜਾਂਦੇ ਨੇ ਤੇ ਉਹ ਲਮਕ ਜਾਂਦਾ ਨਾ ਮਾਮਲਾ। ਹੁਣ ਤੁਸੀਂ ਇਸ ਗੱਲ ਦੀ ਦੇਖੋ, ਸਾਡੀ ਵੇਜ ਬੋਰਡ ਦੀ ਜੋ ਰਿਪੋਰਟ ਹੈ ਉਹ ਮੀਡੀਆ ਹਾਊਸ ਦੇ ਲਈ ਲਾਗੂ ਕਰਨੀ ਜ਼ਰੂਰੀ ਹੁੰਦੀ ਹੈ, ਪਰ ਉਹ ਵੇਜ ਬੋਰਡ ਦੀ ਰਿਪੋਰਟ ਕਈ ਸਾਲ ਹੋ ਗਏ, ਕਈ ਸਾਲ ਪਹਿਲਾਂ ਦੀ ਜਾਰੀ ਕੀਤੀ ਹੋਈ ਮਜੀਠੀਆ ਵੇਜ ਬੋਰਡ ਸੀ, ਅਨਾਊਂਸ ਕੀਤਾ ਸੀ ਮੀਡੀਆ ਤੇ, ਉਹ ਅਜੇ ਤੱਕ ਬਹੁਤੇ ਜਿਹੜੇ ਅਦਾਰਿਆਂ ਨੇ ਉਹ ਲਾਗੂ ਨਹੀਂ ਕੀਤਾ। ਉਹ ਕੋਰਟ ਦੇ ਆਰਡਰ, ਮਤਲਬ ਕੋਰਟ ਦੇ ਆਰਡਰ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ। ਸੋ ਜਿਹੜੇ ਲੀਗਲ ਬੈਟਲ ਜਿਹੜੀਆਂ ਹੈਗੀਆਂ ਨੇ ਉਹ ਥੋੜਾ ਜਿਹਾ ਲਮਕ ਜਾਂਦਾ ਹੈ ਕੰਮ। ਹਾਂ, ਇਹਦੇ ਲਈ ਜ਼ਰੂਰ ਸਾਨੂੰ ਇਸ ਗੱਲ ਦਾ ਕੋਸ਼ਿਸ਼ ਕਰਨੀ ਹੋਏਗੀ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਸੜਕਾਂ ਤੇ ਉਤਰੀਏ ਤੇ ਸੰਘਰਸ਼ ਕਰੀਏ। ਸੋ ਅਸੀਂ ਇਸ ਗੱਲ ਤੇ ਵਿਚਾਰ ਜ਼ਰੂਰ ਕਰ ਰਹੇ ਹਾਂ ਤੇ ਸਟੇਟ ਲੈਵਲ ਦੇ ਸਾਡੇ ਜੋ ਮੇਰਾ ਅਗਲਾ ਕੁਐਸਚਨ ਇਹੋ ਹੀ ਸੀ ਕਿ ਜਿਸ ਤਰ੍ਹਾਂ ਦੂਸਰੀਆਂ ਸੰਸਥਾਵਾਂ ਸੜਕਾਂ ਤੇ ਉਤਰਦੀਆਂ, ਪ੍ਰਦਰਸ਼ਨ ਕਰਦੀਆਂ, ਕਿਉਂਕਿ ਆਪਣੇ ਹੱਕ ਦੀ ਆਵਾਜ਼ ਲਈ ਆਪ ਹੀ ਖੜਾ ਹੋਣਾ ਪੈਂਦਾ, ਕਿ ਤੁਹਾਡਾ ਇਸ ਤਰ੍ਹਾਂ ਦਾ ਕੋਈ ਪਲਾਨ ਬਣਦਾ ਪਿਆ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਡੇਟ ਅਨਾਊਂਸ ਕਰੋ ਤੇ ਤਾਂ ਜੋ ਕਿ ਸਾਰੀਆਂ ਜਿੰਨੀਆਂ ਵੀ ਤੁਹਾਡੀਆਂ ਯੂਨੀਅਨ ਹੈਗੀਆਂ, ਲੋਕਲ ਜਾਂ ਜਿਹੜੀਆਂ ਵੀ ਬਾਡੀਜ਼ ਹੈਗੀਆਂ, ਇਕੱਠੀਆਂ ਇੱਕ ਜੇ ਪਲੇਟਫਾਰਮ ਤੇ ਹੋ ਕੇ ਤੇ ਇਸ ਦਾ ਕੋਈ ਨਿਤਾਰਾ ਕਰ ਪਾਉਣ। ਹਾਂ ਜ਼ਰੂਰ, ਇਹ ਗੱਲ ਦਾ ਦੇਖੋ, ਪਿੱਛੇ ਜੇ ਚੰਡੀਗੜ੍ਹ ਵਿੱਚ ਮੈਂ ਦੱਸਿਆ 3-4 ਦਿਨ ਪਹਿਲਾਂ, ਇਹ ਮੇਰੇ ਖਿਆਲ ਪਹਿਲੀ ਵਾਰੀ ਹੋਏਗਾ ਕਿ ਵੱਖ-ਵੱਖ ਆਈਡੀਓਲੋਜੀ ਵਾਲੀਆਂ ਯੂਨੀਅਨਾਂ ਇੱਕ ਪਲੇਟਫਾਰਮ ਤੇ ਆਈਆਂ ਤੇ ਉਹਨਾਂ ਨੇ ਇਕੱਠੇ ਹੋ ਕੇ ਚੰਡੀਗੜ੍ਹ ਦੇ ਵਿੱਚ ਇਸ ਗੱਲ ਦਾ ਵਿਰੋਧ ਕੀਤਾ, ਇਕੱਠੇ ਹੋ ਕੇ ਸਾਰਿਆਂ ਨੇ। ਸੋ ਇਸ ਤਰ੍ਹਾਂ ਦੀ ਅਸੀਂ ਵਿਚਾਰ ਕਰ ਰਹੇ ਹਾਂ ਕਿ ਅਸੀਂ ਡਿਸਟ੍ਰਿਕਟ ਲੈਵਲ ਤੇ ਵੀ ਅਜਿਹੇ ਜਿਹੜੇ ਹੈ ਪ੍ਰੋਟੈਸਟ ਜਿਹੜੇ ਆਰਗੇਨਾਈਜ਼ ਕਰੀਏ। ਸੋ ਅਸੀਂ ਇਸ ਗੱਲ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਕਿ ਸਰਕਾਰ ਆਪਣਾ ਫਰਜ਼ ਸਮਝੇ ਤੇ ਜੋ ਜਿਹੜੀਆਂ ਸਰਕਾਰ ਪੱਤਰਕਾਰਾਂ ਦੀਆਂ ਮੰਗਾਂ ਹੈਗੀਆਂ ਨੇ ਉਹਨਾਂ ਵੱਲ ਧਿਆਨ ਦੇਵੇ ਤੇ ਮੀਡੀਆ ਨੂੰ ਇਸ ਸਮੇਂ ਸੰਕਟ ਵਿੱਚ ਹੈ, ਪੱਤਰਕਾਰ ਜੋ ਇਸ ਸਮੇਂ ਸੰਕਟ ਵਿੱਚ ਹਨ, ਉਹਨਾਂ ਨੂੰ ਉਸ ਸੰਕਟ ਵਿੱਚੋਂ ਕਿਸ ਤਰ੍ਹਾਂ ਕੱਢਿਆ ਜਾਵੇ, ਇਸ ਗੱਲ ਦਾ ਉਹ ਜ਼ਰੂਰ ਉਪਰਾਲਾ ਕਰੇ ਸਰਕਾਰ। ਸੋ ਇਸ ਗੱਲ ਦੀ ਅਸੀਂ ਜ਼ਰੂਰ ਇੱਥੇ ਵਿਚਾਰ ਕਰ ਰਹੇ ਹਾਂ ਤੇ ਆਪਾਂ ਡਿਸਟ੍ਰਿਕਟ ਲੈਵਲ ਤੇ ਵੀ ਜਿਹੜੀ ਇਹ ਮੂਵਮੈਂਟ ਹੈ ਉਸਨੂੰ ਅਸੀਂ ਸ਼ੁਰੂ ਕਰਾਂਗੇ, ਛੇਤੀ ਕਰਾਂਗੇ। ਉਮੀਦ ਕਰਦੇ ਹਾਂ ਕਿ ਤੁਹਾਡਾ ਇਸ ਦੇ ਨਾਲ ਕੋਈ ਹੱਲ ਨਿਕਲੇਗਾ ਅਗਰ ਤੁਸੀਂ ਸਾਰੇ ਜਾਣੇ ਇੱਕ ਹੀ ਪਲੇਟਫਾਰਮ ਤੇ ਆ ਕੇ ਤੇ ਕੋਈ ਸੰਘਰਸ਼ ਕਰਦੇ। ਜਿਵੇਂ ਕਿ ਹੁਣ ਦੇਖਣ ਨੂੰ ਮਿਲਿਆ ਕਿ ਕਿਸੇ ਪੱਤਰਕਾਰ ਦੇ ਨਾਲ ਕੋਈ ਘਟਨਾ ਵਾਪਰੀ ਸੀਗੀ, ਕੁੱਟਮਾਰ ਕਾਫੀ ਹੋਈ ਤੇ 2-3 ਦਿਨ ਲਗਾਤਾਰ ਉਹਦੀਆਂ ਨਿਊਜ਼ ਸਾਰੇ ਚੈਨਲਾਂ ਤੇ ਚੱਲਦੀਆਂ ਰਹੀਆਂ ਕਿ ਪੱਤਰਕਾਰ ਭਾਈਚਾਰੇ ਨਾਲ ਇਦਾਂ ਦੇ ਕੰਮ। ਪਿੱਛੇ ਜੇ ਮੋਹਾਲੀ ਦੇ ਵਿੱਚ ਇੱਕ ਪੱਤਰਕਾਰ ਨੂੰ ਬਹੁਤ ਬੁਰੀ ਤਰ੍ਹਾਂ ਪੁਲਿਸ ਵਾਲਿਆਂ ਨੇ ਤਸ਼ੱਦਦ ਕੀਤਾ ਸੀ ਤੇ ਉਹਦੇ ਵਿੱਚ ਪੁਲਿਸ ਵਾਲੇ ਸਸਪੈਂਡ ਵੀ ਹੋਏ ਸੀ। ਉਹਦੇ ਬੜੀ ਜਦੋਂ ਪੱਤਰਕਾਰਾਂ ਨੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਇੱਥੇ ਵੀ, ਕਿਉਂਕਿ ਪੱਤਰਕਾਰਾਂ ਨੇ ਤੁਹਾਨੂੰ ਦੱਸਿਆ ਹੀ ਕਿ ਸਮੇਂ-ਸਮੇਂ ਤੇ ਹਮਲੇ ਹੁੰਦੇ ਰਹਿੰਦੇ ਨੇ। ਇੱਥੇ ਸਾਡੇ ਰੋਪੜ ਜ਼ਿਲ੍ਹੇ ਵਿੱਚ ਇੱਕ ਪੱਤਰਕਾਰ ਵੱਲੋਂ, ਜੋ ਚੰਡੀਗੜ੍ਹ ਦੇ ਬੇਸ ਨੇ, ਹੈ ਰੋਪੜ ਜ਼ਿਲ੍ਹੇ ਦੇ ਨੇ, ਉਹਨਾਂ ਨੇ ਇੱਕ ਮੰਤਰੀ ਸਾਹਿਬਾਨ ਨੂੰ ਦਾ ਵੱਲ ਇਸ਼ਾਰਾ ਕਰਕੇ ਕੋਈ ਖਬਰ ਪ੍ਰਕਾਸ਼ਿਤ ਕੀਤੀ ਸੀ ਤਾਂ ਉਹਦੇ ਖਿਲਾਫ ਵੀ ਪਰਚਾ ਹੋਇਆ ਸੀ। ਤਾਂ ਉਹਦੇ ਸੰਬੰਧ ਵਿੱਚ ਵੀ ਅਸੀਂ ਆਵਾਜ਼ ਜਿਹੜੀ ਹੈ ਵੱਡੇ ਪੱਧਰ ਤੇ ਅਸੀਂ ਚੁੱਕੀ ਸੀ ਤੇ ਉਸ ਤੋਂ ਬਾਅਦ ਉਹਦਾ ਪਰਚਾ ਵੀ ਉਹ ਰੱਦ ਕਰਨ ਦੀ ਹੁਣ ਗੱਲ ਤੁਰੀ ਹੈ। ਤੇ ਇਸ ਤਰ੍ਹਾਂ ਦੀ ਜੋ ਘਟਨਾਵਾਂ ਹੈਗੀਆਂ ਨੇ ਉਹਦੇ ਖਿਲਾਫ ਅਸੀਂ ਪੱਤਰਕਾਰ ਭਾਈਚਾਰਾ ਇਕਮੁੱਠ ਹੈ, ਅਸੀਂ ਲੜਾਈ ਲੜ ਰਹੇ ਹਾਂ ਔਰ ਲੜਦੇ ਰਵਾਂਗੇ। ਇਸ ਬਾਰੇ ਕਿਸੇ ਕਿਸਮ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਵੀ ਕੋਈ ਪ੍ਰੈਸ ਦੀ ਆਜ਼ਾਦੀ ਤੇ ਜਾਂ ਪੱਤਰਕਾਰ ਤੇ ਕੋਈ ਹਮਲਾ ਕਰੇਗਾ ਤਾਂ ਉਸ ਨੂੰ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ। ਜਿਸ ਤਰ੍ਹਾਂ ਤੁਸੀਂ ਪਹਿਲੇ ਆਪਣਾ ਦੱਸਿਆ ਕਿ ਜਿਨ੍ਹਾਂ ਦੇ ਖਿਲਾਫ ਆਵਾਜ਼ ਚੁੱਕਣੀ ਹੁੰਦੀ ਹੈ ਉਹ ਇੰਡਸਟਰੀਅਲ ਹੈਗੇ ਨੇ ਕਾਫੀ ਤੇ ਉਹਨਾਂ ਦੇ ਕਾਰਨ ਕਿਸੇ ਨਾ ਕਿਸੇ ਤਰੀਕੇ ਨਾਲ ਆਵਾਜ਼ ਉੱਥੇ ਤੱਕ ਜਾਂਦੀ ਨਹੀਂ ਹੈ ਤੇ ਜਾਂ ਫਿਰ ਚੁੱਕੀ ਨਹੀਂ ਜਾਂਦੀ ਆਵਾਜ਼। ਉਹਨਾਂ ਨਾਲ ਲੜਨ ਦੇ ਲਈ ਕੀ ਤਰੀਕਾ ਕੀ ਰਹਿ ਜਾਂਦਾ? ਤਰੀਕਾ ਤਾਂ ਗੱਲ ਇਹੀ ਆ ਵੀ ਜਿਹੜੀ ਯੂਨੀਅਨਸ ਹੈਗੀਆਂ ਨੇ ਉਹੀ ਇੱਕ ਤਰੀਕਾ ਹੈਗਾ ਜਿਹੜੇ ਇਸ ਗੱਲ ਦਾ ਉਹ ਸੰਘਰਸ਼ ਕਰਨ। ਪਰ ਮੈਂ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ, ਕਿਉਂਕਿ ਅਖਬਾਰਾਂ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਕਰਨ ਦੇ ਲਈ, ਜਿਹੜੇ ਮਾਲਕਾਂ ਦੇ ਅਗੇਂਸਟ ਖਬਰਾਂ ਪ੍ਰਕਾਸ਼ਿਤ ਕਰਨ ਲਈ ਉਹ ਪੱਤਰਕਾਰਾਂ ਦਾ ਬਹੁਤ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ। ਮਤਲਬ ਦਿੱਕਤ ਦਾ ਕਿਆ, ਉਹ ਖਬਰਾਂ ਪ੍ਰਕਾਸ਼ਿਤ ਹੁੰਦੀਆਂ, ਜੇ ਅਸੀਂ ਆਪਣੀ ਕੋਈ ਆਵਾਜ਼ ਕਿਸੇ ਇੰਡਸਟਰੀਸਟ, ਕਿਸੇ ਜੋ ਮੀਡੀਆ ਹਾਊਸ ਦੇ ਅਗੇਂਸਟ ਕੋਈ ਆਵਾਜ਼ ਉਠਾਉਂਦੇ ਆ ਤਾਂ ਉਹ ਮੀਡੀਆ ਹਾਊਸ ਕਿਸ ਤਰ੍ਹਾਂ ਬਰਦਾਸ਼ਤ ਕਰੇਗਾ ਵੀ ਉਹਦੇ ਅਗੇਂਸਟ ਖਬਰਾਂ ਆਪਣੇ ਅਖਬਾਰ 'ਚ ਪ੍ਰਕਾਸ਼ਿਤ ਹੋ ਜਾਣ।
ਹਾਂ, ਇੱਕ ਅਦਾਰਾ ਜ਼ਰੂਰ ਹੈ ਜੋ ਸਾਰੀਆਂ ਤਕਰੀਬਨ ਖਬਰਾਂ ਵਗੈਰਾ, ਸਾਡਾ ਜੋ ਟਰਸਟ ਹੈ, ਜੋ ਲੋਕਲ ਇੱਕ ਟਰਸਟ ਜੋ ਰਨ ਕਰ ਰਿਹਾ ਹੈ ਚੰਡੀਗੜ੍ਹ ਤੋਂ ਅਖਬਾਰ, ਉਹ ਜ਼ਰੂਰ ਸਾਰੀਆਂ ਇਸ ਤਰ੍ਹਾਂ ਦੀ ਆਵਾਜ਼ ਜ਼ਰੂਰ ਉਠਾਉਂਦਾ, ਕਿਉਂਕਿ ਉਹ ਮਤਲਬ ਇੱਕ ਤਰ੍ਹਾਂ ਦਾ ਨਿਰਪੱਖ ਅਖਬਾਰ ਗਿਣਿਆ ਜਾਂਦਾ। ਔਰ ਇਸ ਕਰਕੇ ਔਰ ਟਰਸਟ ਹੋਣ ਦੇ ਕਾਰਨ ਉਹ ਇਹ ਜ਼ਰੂਰ ਇਹੋ ਜਿਹੀਆਂ ਜਿਹੜੀਆਂ ਖਬਰਾਂ ਵਗੈਰਾ ਹੈ ਉਸ ਨੂੰ ਜ਼ਰੂਰ ਹਾਈਲਾਈਟ ਕਰਦਾ। ਪਰ ਬਾਕੀ ਜੋ ਅਦਾਰੇ ਹਨ ਉਹਨਾਂ ਵਿੱਚ ਖਬਰਾਂ ਪੱਤਰਕਾਰਾਂ ਦੇ ਰਿਲੇਟਡ, ਮਤਲਬ ਪੱਤਰਕਾਰਾਂ ਦੀ ਸਮੱਸਿਆਵਾਂ ਦੇ ਜੋ ਮੀਡੀਆ ਹਾਊਸ ਨੂੰ ਮਤਲਬ ਟੇਕਅਪ ਕਰਨੀਆਂ ਚਾਹੀਦੀਆਂ ਨੇ, ਉਹਨਾਂ ਦੀ ਸਮੱਸਿਆਵਾਂ, ਉਹਨਾਂ ਵਿੱਚ ਪ੍ਰਕਾਸ਼ਿਤ ਹੋਣਾ ਬੜਾ ਥੋੜਾ ਜਿਹਾ ਔਖਾ ਕੰਮ ਹੋ ਜਾਂਦਾ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਕਾਫੀ ਔਖਾ ਕੰਮ ਹੋ ਜਾਂਦਾ, ਕਿਉਂਕਿ ਪੱਤਰਕਾਰ ਭਾਈਚਾਰੇ ਦਾ ਜੇ ਦੇਖਿਆ ਜਾਏ ਤਾਂ ਇਹ ਇੱਕ ਬੜੀ ਦੁੱਖ ਭਰੀ ਗੱਲ ਹੈ ਕਿ ਪੂਰੀ ਦੁਨੀਆ ਦੀਆਂ ਖਬਰਾਂ ਸਾਹਮਣੇ ਲਿਆਉਣਾ, ਮਗਰ ਉਹਦੇ ਆਪਣੇ ਨਾਲ ਜੋ ਵਾਪਰਦੀਆਂ ਉਹ ਘਟਨਾਵਾਂ ਸਾਹਮਣੇ ਨਹੀਂ ਆ ਪਾਉਂਦੀਆਂ। ਮੈਂ ਇਹੀ ਗੱਲ ਮੈਂ ਪਹਿਲਾਂ ਹੀ ਦੱਸੀ ਸੀ ਵੀ ਸਾਡੀ ਇਹ ਤਰਾਸਦੀ ਹੈ ਵੀ ਸਾਡੀ ਜਿਹੜੀ ਐਕਸਪਲੋਇਟੇਸ਼ਨ ਹੈ ਉਹ ਪੱਤਰਕਾਰਾਂ ਦੀ ਸਭ ਨਾਲੋਂ ਜ਼ਿਆਦਾ, ਪੱਤਰਕਾਰਾਂ ਦੀ ਐਕਸਪਲੋਇਟੇਸ਼ਨ ਜਿਹੜੀ ਹੈ ਉਹ ਹੁੰਦੀ ਹੈ। ਪਰ ਅਸੀਂ ਬੜੇ ਹੀ ਇੱਕ ਤਰਾਸਦੀ ਹੈ ਵੀ ਅਸੀਂ ਉਸ ਨੂੰ ਉਜਾਗਰ ਨਹੀਂ ਕਰ ਸਕਦੇ ਆਪਣੀ ਅਖਬਾਰਾਂ ਰਾਹੀਂ। ਤੁਹਾਡੇ ਤੇ ਬਿਲਕੁਲ ਸਾਫ਼ ਚੀਜ਼ ਉਹ ਆਉਂਦੀ ਹੈ ਨਾ ਕਿ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਕਿ ਦੀਵੇ ਥੱਲੇ ਹਨੇਰਾ, ਇੱਥੇ ਉਹ ਗੱਲ ਬਿਲਕੁਲ ਟੁੱਕਦੀ ਹੈ ਕਿ ਆਪਣੇ ਥੱਲੇ ਤੇ ਹਨੇਰਾ ਹੋ ਜਾਂਦਾ ਤੇ ਚਾਹ ਕੇ ਵੀ ਆਪਾਂ ਉੱਥੇ ਚਾਨਣ ਨਹੀਂ ਕਰ ਪਾਉਂਦੇ, ਕਿਉਂਕਿ ਇੰਡਸਟਰੀਅਲਿਸਟ ਜਿਹੜੇ ਸਰਕਾਰਾਂ ਦੇ ਮਫਾਦ ਲਈ ਕੰਮ ਕਰਦੇ ਨੇ ਉਹ ਇੰਨੇ ਕੁ ਵੱਡੇ ਹੈਗੇ ਨੇ ਕਿ ਉੱਥੇ ਤੱਕ ਆਵਾਜ਼ ਪਹੁੰਚਾਉਣੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਤੇ ਅੱਜ ਦਾ ਜਿਹੜਾ ਸਾਡਾ ਮਕਸਦ ਸੀਗਾ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਨਾ ਤੇ ਉਹਨਾਂ ਦਾ ਦੁਖਾਂਤ ਨੂੰ ਸੁਣਨਾ ਤੇ ਦੁਨੀਆ ਦੇ ਅੱਗੇ ਲੈ ਕੇ ਜਾਣਾ। ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਇਸ ਖਬਰ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਿ ਪੱਤਰਕਾਰ ਭਾਈਚਾਰੇ ਨਾਲ ਕਿੱਦਾਂ ਦੀਆਂ ਵਧੀਕੀਆਂ ਹੋ ਰਹੀਆਂ ਜਾਂ ਪੱਤਰਕਾਰ ਭਾਈਚਾਰੇ ਨਾਲ ਕੀ ਦੁਖਾਂਤ ਹੈਗਾ ਵਾ ਇਸ ਸਮੇਂ ਦਾ, ਤੇ ਉਹ ਜਿਹੜਾ ਸਾਹਮਣੇ ਆਏਗਾ ਤੇ ਇਸ ਦੇ ਨਾਲ ਸ਼ਾਇਦ ਕੁਝ ਸਰਕਾਰਾਂ ਨੂੰ ਸਮਝ ਲੱਗੇ ਕਿ ਪੱਤਰਕਾਰ ਭਾਈਚਾਰੇ ਵੱਲ ਥੋੜ੍ਹਾ ਜਿਹਾ ਧਿਆਨ ਦੇਣ ਦੀ ਹੋਰ ਲੋੜ ਹੈ, ਉਹਨਾਂ ਨੂੰ ਕੁਝ ਉਹਨਾਂ ਦੇ ਲਈ ਕਰਨ ਦੀ ਲੋੜ ਹੈਗੀ ਹੈ, ਕਿਉਂਕਿ ਜਿਨ੍ਹਾਂ ਦੀਆਂ ਜੋਬ ਜਾਂਦੀਆਂ ਉਹਨਾਂ ਦੇ ਵੀ ਪਰਿਵਾਰ ਹੈਗੇ ਨੇ, ਜਿਹੜੇ ਆ ਦਿਨ ਰਾਤ ਤੁਹਾਡੇ ਲਈ ਕੰਮ ਕਰਦੇ ਰਹੇ ਨੇ, ਉਹਨਾਂ ਸਭ ਦੇ ਆਪਣੇ ਆਪਣੇ ਪਰਿਵਾਰ ਹੈਗੇ ਨੇ ਤੇ ਤੁਹਾਨੂੰ ਇਹਨਾਂ ਦੇ ਸੋਚਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ, ਕਿਉਂਕਿ ਇਹਨਾਂ ਨੇ ਦਿਨ ਰਾਤ ਇਹੋ ਕੰਮ ਕੀਤਾ ਮਗਰਲੇ 20-20 ਸਾਲਾਂ ਤੋਂ, ਤੇ ਜੇਕਰ ਅੱਜ ਉਹਨਾਂ ਨੂੰ ਉਹ ਬੇਘਰ ਹੋ ਜਾਂਦੇ ਨੇ ਤੇ ਉਹਨਾਂ ਕੋਲ ਕੋਈ ਦੂਸਰਾ ਰਸਤਾ ਨਹੀਂ ਹੈਗਾ, ਕਿਉਂਕਿ ਜਦੋਂ ਜ਼ਿੰਦਗੀ ਦੇ ਕਿਸੇ ਨੇ 10, 15, 20 ਸਾਲ ਆਪਣੇ ਇੱਕ ਕੰਮ ਨੂੰ ਦਿੱਤੇ ਹੋਣ ਤੇ ਕਿਸੇ ਦੂਸਰੇ ਲਾਈਨ ਦੇ ਵਿੱਚ ਵੜਨਾ ਕੋਈ ਆਸਾਨ ਕੰਮ ਨਹੀਂ ਰਹਿੰਦਾ। ਤੇ ਅੱਜ ਸਾਫ਼ ਤੇ ਸਿੱਧੀ ਗੱਲ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਤੇ ਬਹਾਦਰਜੀਤ ਸਿੰਘ ਜੀ ਤੁਹਾਡਾ ਸਾਨੂੰ ਸਮਾਂ ਦੇਣ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਧੰਨਵਾਦ। ਓਕੇ ਜੀ, ਸਾਰੇ ਪਿਆਰ ਪ੍ਰਸ਼ਾਸਨ।